गुरु नानक पद पंकज बंदन पंकज सिमरो अंगद दुख निकंदन। गुरु अमरदास हृदय नित ध्यान हृदय। श्री गुरु रामदास गुण गुरु अर्जन विघ्नन के नाशक विघ्नन। श्री हर गोबिंद सुमत पर श्री हर राय नमो कर जोरी नमो श्री हर कृष्ण मनाओ। गुरु तेग बहादुर परम कृपाला परम श्री गुरु गोबिंद सिंह विशाला। तरो तरा पर पुन पुन सीसा पुन पुन सीसा। बंदो बार बार जगदीसा। एक ओंकार सतगुरु सच हुए। वाहिगुरु जी की फतेह है। वाहिगुरु जी की फतेह है। विनाशन सोए। दोहरा से सुरलोक सिधारे। जन्म मरण के कष्ट निवारे। कहाँ जगत सुख द्वै दिन केरा। निश्चय मरण अंत की बेरा। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो। रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे हुए आप जी गुरु चरनां विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। आपां विचारां सरवण कर रहे सी जदों पहाड़ियां ने अते सेंटर सरकार दे सूबेदारां ने भाव औरंगजेब दीयां फौजां ने अते पहाड़ी राजियां ने रल के मता पकाया आनंदपुर साहिब नूं घेरा पाउण दा। ते इधर गुरु साहिबां दे कोल भी खबरां पहुंचियां सूहियां दे कोलों संगतां दे कोलों। ते सतगुरां ने भी तैयारियां कीतियां अते ਸਿੰਘਾਂ नूं सुचेत कीता किस तरह जंग करने आ। और ਸਿੰਘਾਂ ਨੂੰ ਚਾਅ ਚੜ੍ਹ ਗਿਆ ਜੰਗ ਦਾ ਨਾਮ ਸੁਣ ਕੇ ਵੀ ਹੁਣ ਸ਼ਸਤਰ ਚਲਾਉਣ ਦਾ ਜਿਹੜਾ ਹੈ ਆਨੰਦ ਆਵੇਗਾ। ਔਰ ਆਪਸ ਵਿੱਚ ਗੱਲਾਂ ਕਰਦੇ ਆ ਵੀ ਯਾਰ ਕੀ 4 ਦਿਨਾਂ ਦੀ ਜ਼ਿੰਦਗੀ ਹੈ ਮਰਨਾ ਤਾਂ ਸਭ ਨਹੀਂ ਹੈ ਤੇ ਫਿਰ ਕਿਉਂ ਨਾ ਗੁਰੂ ਦੀ ਹਜ਼ੂਰੀ ਵਿੱਚ ਜੰਗ ਕਰਦੇ ਹੋਏ ਮਰੀਏ। जाओ तो प्रेम खेलन का चाओ सिर तर तली गली मुरी आओ। इत मार्ग पैर धरीजै सिर दीजै कान न कीजै। कबीर मोहे मरने का चाओ है मरो तो हर कै द्वार। मत हर पूछै कौन है परा हमारे बार। इस करके ਸਿੰਘਾਂ ਨੂੰ ਇਹ सुन के चाह चढ़ गया आपस ਵਿੱਚ ਗੱਲਾਂ ਕਰਦੇ ਆ। ਨਿਰਸੰਸੈ ਇਹ 'ਚ ਕੋਈ ਸ਼ੰਕਾ ਨਹੀਂ ਹੈ ਕਿ ਅਸੀਂ ਸੱਚਖੰਡ ਜਾਵਾਂਗੇ ਜਦ ਗੁਰੂ ਦੀ ਹਜ਼ੂਰੀ ਵਿੱਚ ਲੜਦੇ ਹੋਏ ਸ਼ਹੀਦੀਆਂ ਪਾਵਾਂਗੇ। ਜਿਉਂਦੇ ਰਹੇ ਤਾਂ ਇੱਥੇ ਖੁਸ਼ੀਆਂ ਮਾਣਾਂਗੇ ਔਰ ਸਰੀਰ ਛੱਡ ਗਏ ਤੇ ਗੁਰੂ ਦੇ ਚਰਨਾਂ ਵਿੱਚ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਬੈਠਾਂਗੇ। ਇਸ ਕਰਕੇ ਸੰਸਾਰ ਦੇ ਜੀਵਨ ਨੂੰ ਉਹ ਤੁੱਛ ਸਮਝਦੇ ਹੈ। ਕਹਿੰਦੇ ਕਿਆ ਦੁਨੀਆ ਦਾ 4 ਦਿਨਾਂ ਦਾ ਜੀਵਨ ਹੈ ਕਿਉਂ ਨਾ ਇੱਥੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਹੋਏ ਸੰਸਾਰ ਨੂੰ ਛੱਡੀਏ। ਇਹ ਵਿਚਾਰਾਂ ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਅੱਗੇ ਆਰੰਭ ਕਰਕੇ ਸਰਵਣ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਦੇ ਸਿੰਘ ਕਿਸ ਤਰ੍ਹਾਂ ਚਾਅ ਚੜ੍ਹਿਆ ਇਹਨਾਂ ਨੂੰ ਜੰਗ ਕਰਨ ਦਾ ਅਤੇ ਦੂਜੇ ਪਾਸੇ ਪਹਾੜੀਏ
ਅਤੇ ਤੁਰਕਾਂ ਦੀਆਂ ਫੌਜਾਂ ਕਿਸ ਤਰ੍ਹਾਂ ਪਹੁੰਚਦੀਆਂ, ਇਹ ਵਿਚਾਰਾਂ ਹੁਣ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ। चार दिवस क्या जग में जीवना, क्यों न लेपत आनत जीवन। तो ਜ਼ਿੰਦਗੀ ਨੂੰ ਲਗਭਗ ਸਿਆਣੇ ਮਹਾਂਪੁਰਖ ਪੁਰਾਤਨ ਲੋਕ 4 ਦਿਨਾਂ ਦੀ ਜ਼ਿੰਦਗੀ ਕਹਿੰਦੇ ਆ। ਤੇ ਸਤਿਗੁਰਾਂ ਨੇ ਕਿਹਾ, ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨ ਜਾਣਾ। ਭਾਵ ਇਹ ਜ਼ਿੰਦਗੀ ਨੂੰ ਕਿਸੇ ਨੇ ਕੋਈ ਲੰਬੀ ਨਹੀਂ ਕਿਹਾ। ਇਹ ਜੁਦਾ ਗੱਲ ਹੈ ਕਿ ਸਾਨੂੰ ਪਤਾ ਨਹੀਂ ਕਿੰਨੀ ਲੰਬੀ ਹੈ। ਇਹ ਨਹੀਂ ਪਤਾ ਕੌਣ ਕਿੱਥੇ ਜਾ ਕੇ ਆਪਣਾ ਸਰੀਰ ਸਮਾਪਤ ਕਰ ਲਵੇ, ਕਿੱਥੇ ਇਹਦੀ ਮੌਤ ਖੜੀ ਹੋਵੇ। ਇਸ ਕਰਕੇ ਇਹਨੂੰ ਬਹੁਤ ਛੋਟੀ ਕਿਹਾ ਗਿਆ ਹੈ। ਸਿੰਘ ਕਹਿਣ ਲੱਗੇ, ਕਿਆ 4 ਦਿਨਾਂ ਦਾ ਜੀਵਨ ਹੈ, ਕਿਉਂ ਨਾ ਇਸੇ ਮਨੁੱਖਾ ਜਨਮ ਦੇ ਸਮੇਂ ਪਰਮ ਆਨੰਦ ਨੂੰ, ਪਰਮ ਪਦਵੀ ਨੂੰ ਪ੍ਰਾਪਤ ਕਰੀਏ। ਇਸੇ ਸਮੇਂ ਫਿਰ ਪਤਾ ਨਹੀਂ ਕਦੋਂ ਇਹ ਜ਼ਿੰਦਗੀ ਮਿਲੇ ਕਿ ਨਾ ਮਿਲੇ। ਸਿੰਘ ਕਹਿਣ ਲੱਗੇ ਜੀ, एको महाभारत की राजे, बाचत सुरग डरे कुल साजे। ਔਰ ਉਹ ਦੇਖੋ ਨਾ, ਮਹਾਭਾਰਤ ਦਾ ਜੰਗ ਵੀ ਇੱਕ ਧਰਮ ਦਾ ਜੰਗ ਸੀਗਾ। ਕੌਰਵਾਂ ਨੇ ਪਾਂਡਵਾਂ ਦਾ ਰਾਜ ਨੱਪ ਲਿਆ ਔਰ ਉਸ ਨੂੰ ਪ੍ਰਾਪਤ ਕਰਨਾ, ਆਪਣਾ ਹੱਕ ਲੈਣਾ, ਇਹ ਧਰਮ ਦਾ ਯੁੱਧ ਹੁੰਦਾ ਹੈ। ਕਿੰਨੇ ਰਾਜੇ ਮਹਾਭਾਰਤ ਦੇ ਵਿੱਚ ਉਦੋਂ ਸ਼ਹੀਦ ਹੋਏ, ਉਹਨਾਂ ਦੀਆਂ ਫੌਜਾਂ ਸ਼ਹੀਦ ਹੋਈਆਂ। ਸਾਰਿਆਂ ਨੇ ਮਨ ਬਾਚਤ ਸਵਰਗ ਪ੍ਰਾਪਤ ਕੀਤੇ ਜੇ। संसे सरलोक सिधारे, जन्म मरण के कष्ट निवारे। ਇਹ 'ਚ ਕੋਈ ਸ਼ੰਕਾ ਨਹੀਂ, ਉਹ ਜਿਹੜੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੁੰਦੇ ਹੈ, ਉਹ ਜੰਮਣ ਮਰਨ ਦੇ ਦੁੱਖਾਂ ਨੂੰ ਖਤਮ ਕਰ ਲੈਂਦੇ ਹਨ। कहा जगत सुख द्वै दिन केरा, निश्चय मरणांत की बेरा। ਇਸ ਸੰਸਾਰ ਦੇ ਸੁੱਖ 2 ਦਿਨਾਂ ਦੇ ਸੁੱਖ ਹੈ ਤੇ ਇੱਕ ਦਿਨ ਮੌਤ ਆਉਣੀ ਆਉਣੀ ਹੈ। पर कर मंच प्राण को त्यागना, अयुद्ध धारी तै बड़ भागना। ਫਿਰ ਕਿਉਂ ਇਸ ਮਨੁੱਖਾ ਜੀਵਨ ਨੂੰ ਮੰਜੇ ਤੇ ਪੈ ਕੇ ਖਤਮ ਕਰੀਏ? ਭਾਵ ਬਿਮਾਰ ਪੈ ਕੇ, ਮੰਜੇ ਤੇ ਪੈ ਕੇ ਵੀ ਅਖੀਰ ਮਰ ਹੀ ਜਾਣਾ ਹੈ। ਕਿਉਂ ਨਾ ਜੰਗ ਦੇ ਮੈਦਾਨ ਵਿੱਚ ਗੁਰੂ ਦੀਆਂ ਖੁਸ਼ੀਆਂ ਲੈਂਦੇ ਸ਼ਹੀਦੀਆਂ ਪਾਈਏ ਜੇ। रोके कंठ कप दे दुख पावै, तजे मूत्र मल नहीं नहावै। ਔਰ ਐਸਾ ਵੀ ਸਮਾਂ ਆਉਂਦਾ ਮਨੁੱਖ ਦੇ ਉੱਤੇ ਜਦੋਂ ਕੋਈ ਕਿਸੇ ਦੇ ਆਖੇ ਨਹੀਂ ਲੱਗਦਾ। ਉਹਨਾਂ ਬਜ਼ੁਰਗਾਂ ਦੇ ਮੰਜੇ ਵਿੱਚ ਲੰਬੇ ਪਏ ਸਾਹ ਲੈਂਦੇ ਆ, ਬਸ ਪਏ ਰਹਿੰਦੇ ਆ, ਅਤੇ ਕਫ ਕੰਠ ਬਰੂਦੋ ਨੈਣੋ ਨੀਰ ਢਰੇ। ਇਹ ਸਾਡੇ ਗਿਆਨ ਇੰਦਰੀ, ਕਰਮ ਇੰਦਰੀ ਕੰਮ ਛੱਡ ਜਾਂਦੇ ਆ। ਗਲਾ ਭਰ ਜਾਂਦਾ ਹੈ ਰੇਸ਼ੇ ਦੇ ਨਾਲ, ਅੱਖਾਂ ਦੇ ਨਾਲ ਦਿਖਦਾ ਨਹੀਂ ਤੇ ਕੰਨਾਂ ਦੇ ਨਾਲ ਸੁਣਦਾ ਨਹੀਂ। ਔਰ ਸਰੀਰ ਦੀ ਕਿਰਿਆ ਵੀ ਸਰੀਰ ਤੋਂ ਨਹੀਂ ਹੁੰਦੀ ਜਦੋਂ, ਫਿਰ ਉਹ ਜ਼ਿੰਦਗੀ ਨਾਲੋਂ ਤਾਂ ਉਹ ਖੁਦ ਵੀ ਕਹਿੰਦਾ ਹੁਣ ਸਰੀਰ ਛੱਡ ਦਈਏ, ਮਰ ਜਾਈਏ। ਤੇ ਉਹਦੇ ਉੱਤੇ ਰਹਿਣ ਵਾਲੇ ਪਰਿਵਾਰ ਦੇ ਮੈਂਬਰ ਵੀ ਕਹਿੰਦੇ ਆ ਹੁਣ ਤਾਂ ਇਹਦੀ ਜਾਨ ਛੁੱਟ ਜੇ ਤਾਂ ਹੀ ਚੰਗਾ। ਫਿਰ ਇਹੋ ਜਿਹਾ ਮਰਨ ਨਾਲੋਂ ਤਾਂ ਇੱਥੇ ਮਰ ਜਾਈਏ ਲੜ ਕੇ, ਆਨੰਦ ਹੋਵੇਗਾ। व्याध विपद विद तन उपजाए, बरकन मासन दिन दुख पाए। ਔਰ ਕਿਆ ਬਿਮਾਰੀਆਂ ਦੇ ਨਾਲ ਬਿਮਾਰ ਹੋ ਕੇ ਮਰਨਾ, ਜਿਸ ਤਰ੍ਹਾਂ ਕੋਈ ਬਿਮਾਰ ਹੋ ਕੇ ਮਰ ਜਾਵੇ। अंत संकट ते छुटे प्राण, निश्चय बने देखी हाना। ਔਰ ਸਰੀਰ ਦੁਖੀ ਹੋ ਕੇ ਫਿਰ ਅਖੀਰ ਮਰਨਾ ਹੀ ਹੈ, ਪੱਕੀ ਗੱਲ ਹੈ। ਫਿਰ ਕਿਉਂ ਨਾ याति जंग वीरता करके, दे छिनक में प्राण निकर के। ਜੰਗ ਦੇ ਮੈਦਾਨ ਵਿੱਚ ਯੁੱਧ ਕਰਦੇ ਹੋਏ ਇੱਕ ਛਿਣ ਵਿੱਚ ਸਰੀਰ ਨੂੰ ਤਿਆਗੀਏ, ਚੜ੍ਹਦੀ ਕਲਾ ਦੇ ਨਾਲ ਗੁਰੂ ਕੀਆਂ ਖੁਸ਼ੀਆਂ ਲੈਂਦੇ ਹੋਏ। अटल आनंद बिलंदे पाए, श्री सतगुर के चरण समाए। ਔਰ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਲੜਦੇ ਹੋਏ ਸ਼ਹੀਦੀਆਂ ਪਾਵਾਂਗੇ ਤਾਂ ਉਸ ਅਟਲ ਆਨੰਦ ਨੂੰ, ਅਟਲ ਹੁੰਦਾ ਜਿਹੜਾ ਕਦੇ ਨਾ ਜਾਣ ਵਾਲਾ, ਬਸ ਉਹੀ ਹੀ ਆਨੰਦ ਹੈ। ਬਾਕੀ ਦੁੱਖ ਤੇ ਸੁੱਖ ਹੈ, ਇਹ ਦੋਨੇ ਆਉਂਦੇ ਜਾਂਦੇ ਆ। ਆਨੰਦ ਆ ਗਿਆ ਫਿਰ ਜਾਂਦਾ ਨਹੀਂ। ਉਸ ਅਟਲ ਆਨੰਦ ਨੂੰ, ਅਟਲ ਪਦਵੀ ਨੂੰ ਪ੍ਰਾਪਤ ਕਰੀਏ ਜੇ। भगत
तले जो दानिश कामे बाचत सुख प्राप्त सह कामे। ਔਰ ਇਸ ਤਰ੍ਹਾਂ ਉਹ ਯੋਧੇ ਜਿਹੜੇ ਨਿਸ਼ਕਾਮ ਭਾਵਨਾ ਨਾਲ ਗੁਰੂ ਦੀ ਖੁਸ਼ੀ ਲੈਣ ਲਈ ਜੰਗਾਂ ਵਿੱਚ ਸ਼ਹੀਦ ਹੁੰਦੇ ਨੇ, ਉਹ ਮਨ ਬਾਂਛਿਤ ਫਲ ਪ੍ਰਾਪਤ ਕਰਦੇ ਐ, ਪਰਮੇਸ਼ਰ ਦੇ ਵਿੱਚ ਮਿਲ ਜਾਂਦੇ ਹਨ। ਇਹ ਤੋ ਸਦਾ ਵਰਤ ਗੁਰ ਲਾਇਓ ਲੜੀ ਜੰਗ ਤਿਨ ਨਿਸ਼ਚੈ ਪਾਇਓ। ਇਹ ਤਾਂ ਗੁਰੂ ਨੇ ਬੜੀ ਕਿਰਪਾ ਕੀਤੀ ਹੈ, ਸਦਾ ਵਰਤ ਲਾ ਦਿੱਤਾ ਹੈ, ਸਦਾ ਵਰਤ ਹੁੰਦਾ ਹੈ ਗੁਰੂ ਪਿਆਰਿਓ। ਖੁੱਲੇ ਗੱਫੇ ਦੇਣੇ ਤੇ ਆ ਮੁਕਤੀ ਦੇ ਵੀ ਖੁੱਲੇ ਗੱਫੇ ਲਾ ਦਿੱਤੇ ਹੈ। ਦੁਨੀਆ ਮੁਕਤੀ ਭਾਲਦੀ ਹੈ ਨਾ, ਆਓ ਫਿਰ ਜੰਗ ਦੇ ਮੈਦਾਨ ਵਿੱਚ ਆਓ, ਤੁਹਾਡੀ ਮੁਕਤੀ ਹੋਵੇਗੀ। ਸਤਿਗੁਰ ਨੇ ਇਹ ਮੁਕਤੀ ਦਾ ਵੀ ਸਦਾ ਵਰਤ ਲਾ ਦਿੱਤਾ ਹੈ। ਪ੍ਰੀਤਮ ਕਹਿੰਦੇ ਆ ਭਗਤ ਨਾਮਦੇਵ ਜੀ, ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ। ਉਸ ਵੇਲੇ ਪਰਮੇਸ਼ਰ ਨੇ ਕਲਾ ਉਵੇਂ ਵਰਤਾਈ ਸੀ, ਉਹਨੂੰ ਜਿਉਂਦੇ ਜੀ ਪੰਡਤਾਂ ਦੇ ਵੱਲ ਪਿੱਠ ਤੇ ਭਗਤ ਵੱਲ ਮੂੰਹ ਕਰਕੇ ਵਿਖਾਤਾ ਸੀ। ਤੇ ਅੱਜ ਮੁਕਤੀ ਦੀ ਕਲਾ ਗੁਰੂ ਸਾਹਿਬ ਜੰਗ ਦੇ ਮੈਦਾਨ ਵਿੱਚ ਵਰਤਾਉਂਦੇ ਹਨ। ਵੱਡੇ ਭਾਗਤੀ ਨਰਤਨ ਹੋਵਾ ਤਿਨ ਤੇ ਅਦਕ ਪ੍ਰਭੂ ਗੁਰ ਜੁਵਾ। ਵੱਡੇ ਭਾਗਾਂ ਨਾਲ ਮਨੁੱਖਾ ਜੀਵਨ ਮਿਲਿਆ ਤੇ ਸਾਡੇ ਹੱਥ ਬਹੁਤਾ ਚਿਰ ਰਹਿਣਾ ਨਹੀਂ, ਫਿਰ ਕਿਉਂ ਨਾ ਇਹਦੇ ਨਾਲ ਲਾਹਾ ਖੱਟ ਲਈਏ। ਉਹਨੇ ਅਧਿਕਾਏ ਸੋ ਅੰਮ੍ਰਿਤ ਲੀਨਾ ਗੁਰਬਾਣੀ ਮੈਂ ਨਿਜ ਮਨ ਪੀਨਾ। ਪਹਿਲਾ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਮਨੁੱਖਾ ਜਨਮ ਮਿਲਿਆ, ਫਿਰ ਉਹਨਾਂ ਮਨੁੱਖਾਂ ਚੋਂ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਅੰਮ੍ਰਿਤਦਾਤ ਪ੍ਰਾਪਤ ਕੀਤੀ। ਤੇ ਅੱਜ ਉਹਨਾਂ ਤੋਂ ਵੀ ਵੱਡੇ ਭਾਗ ਜਿਨ੍ਹਾਂ ਨੇ ਗੁਰਬਾਣੀ ਨਾਲ ਜੁੜ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਰਹਿ ਕਰਕੇ ਜੀਵਨ ਬਤੀਤ ਕੀਤਾ ਤੇ ਸ਼ਹੀਦੀਆਂ ਪਾਉਣਗੇ। ਆਸਪਦ ਪਾਏ ਕੋਈ ਨਾ ਦਹਿ ਕਿਉ ਨਾ ਸਫਲ ਗੁਰ ਡਿਗ ਕਰਦਾ ਹੈ। ਔਰ ਇਸ ਪਦਵੀ ਨੂੰ ਪ੍ਰਾਪਤ ਕਰਕੇ ਕਿਤੇ ਗਵਾ ਨਾ ਦਈਏ। ਤੇ ਬਹੁਤ ਸਾਰੇ ਲੋਕ ਗੁਰੂ ਪਿਆਰਿਓ ਮਨੁੱਖ ਬਣ ਕੇ ਤੇ ਕਿਸ ਤਰ੍ਹਾਂ ਜ਼ਿੰਦਗੀਆਂ ਬਰਬਾਦ ਵੀ ਕਰੀ ਜਾਂਦੇ ਆ, ਨਸ਼ਿਆਂ ਵਿੱਚ ਪੈ ਕੇ, ਵਿਸ਼ੇ ਵਿਕਾਰਾਂ ਵਿੱਚ ਪੈ ਕੇ। ਕੋਈ ਦੁਖੀ ਹੋਇਆ ਸਰੀਰ ਕਰਕੇ ਆਤਮ ਹੱਤਿਆ ਕਰਕੇ ਮਰ ਜਾਂਦਾ, ਜਿਨ੍ਹਾਂ ਦੀ ਕਦੇ ਵੀ ਮੁਕਤੀ ਨਹੀਂ ਹੁੰਦੀ, ਰੂਹਾਂ ਭਟਕਦੀਆਂ ਰਹਿੰਦੀਆਂ। ਸਿੰਘ ਆਪਸ ਵਿੱਚ ਗੱਲਾਂ ਕਰਦੇ ਐ, ਕਿਉਂ ਨਾ ਇਸ ਪਦਵੀ ਨੂੰ ਪ੍ਰਾਪਤ ਕਰ ਲਈਏ ਜੇ। 10 ਦਿਨ ਅਪਰ ਜੀ ਕਿਆ ਹੋਏ ਐਸੋ ਲਾਭ ਤਜੇ ਨ ਕੋਏ। ਜੇ ਮੰਨ ਲਓ ਜੰਗ ਦੇ ਵਿੱਚ ਨਾ ਜਾਵਾਂਗੇ ਤੇ ਫਿਰ 10 ਦਿਨ ਵੱਧ ਜਿਉ ਲਾਂਗੇ, ਫਿਰ ਕੀ ਹੋ ਜਾਊਗਾ। ਇਸ ਪ੍ਰਕਾਰ ਆਪਸ ਕੇ ਮਾਹੇ ਕਹੇ ਖਾਲਸਾ ਸੁਨੇ ਉਬਾਹੇ। ਆਹ ਲਾਭ, ਆਹ ਫਾਇਦਾ ਜਿਹੜਾ ਅੱਜ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਜੰਗ ਕਰਨੇ, ਦੁਸ਼ਟ ਨੂੰ ਖਤਮ ਕਰਨਾ, ਜ਼ੁਲਮ ਨੂੰ ਖਤਮ ਕਰਨ ਵਾਸਤੇ ਜ਼ਿੰਦਗੀਆਂ ਲਾਉਣੀਆਂ, ਇਹਦੂ ਚੰਗਾ ਸਮਾਂ ਫੇਰ ਨਹੀਂ ਮਿਲਣਾ। ਸ਼ਾਸਤਰਨ ਕੀ ਤਿਆਰੀ ਸਭ ਕਰੈ ਕਰਨ ਖੜਗ ਖਰ ਸਾਨ ਧਰੈ। ਇਸ ਤਰ੍ਹਾਂ ਸਿੰਘ ਆਪਸ ਵਿੱਚ ਗੱਲਾਂ ਕਰਦੇ ਹਨ ਔਰ ਨਾਲ ਜੰਗ ਦੀਆਂ ਤਿਆਰੀਆਂ ਕਰਦੇ ਐ ਤੇ ਸ਼ਸਤਰਾਂ ਤੇ ਹੱਥ ਫੇਰੀ ਕਰਦੇ ਐ। ਤਲਵਾਰਾਂ ਦੇ ਜਿਹੜੇ ਗੁਰੂ ਪਿਆਰੋ ਧਾਰਾਂ ਹਨ ਉਹਨਾਂ ਨੂੰ ਤਿੱਖੀਆਂ ਕਰਦੇ ਐ ਸਰੈਨਾਂ ਤੇ। ਚਨ ਬਾੜ ਲਾਏ ਕਰ ਰੱਖੈ ਰਿਪ ਕੇ ਅੰਗ ਹਲਨ ਬਿਲਾਖੇ। ਤਿੱਖੀਆਂ ਧਾਰਾਂ ਬਣਾ ਬਣਾ ਕੇ ਤਲਵਾਰਾਂ ਨੂੰ ਤਿਆਰ ਕਰਦੇ ਐ ਕਿ ਜਦੋਂ ਦੁਸ਼ਮਣ ਦੇ ਨਾਲ ਤਲਵਾਰ ਦੀ ਧਾਰ ਲੱਗੇ ਤੇ ਦੁਸ਼ਮਣ ਬਚੇ ਨਾ। ਫਿਰ ਕੋੜੇ ਆਦਿਕ ਤਿਆਰ ਤੁਫੰਗ ਤੀਰਨ ਖਰਤੇ ਭਰੇ ਨਿਖੰਗ। ਬੰਦੂਕਾਂ ਨੂੰ ਸਾਫ਼ ਕਰਦੇ ਆ, ਉਹਨਾਂ ਦੀਆਂ ਨਾਲੀਆਂ ਵਿੱਚ ਗੁਰੂ ਪਿਆਰਿਓ ਤੋੜੇ ਘੁਮਾਉਂਦੇ ਹਨ ਔਰ ਉਹਨਾਂ ਨੂੰ ਜਿਹੜਾ ਹੈ ਤਿਆਰ ਕਰਕੇ ਬਰੂਦ ਨਾਲ ਭਰਦੇ ਹਨ ਅਤੇ ਭੱਥਿਆਂ ਨੂੰ ਤੀਰਾਂ ਨਾਲ ਭਰ ਭਰ ਕੇ ਸਾਰੀ ਤਿਆਰੀ ਕਰਦੇ ਹਨ। ਹਰ ਤੋਂ ਮਰ ਕੀ ਅਨੀ ਕਰੰਤੇ ਸੇਲੇ ਬਾਲੇ ਚੱਕਰ ਤਰੰਤੇ। ਨੇਜਿਆਂ ਨੂੰ ਅੱਗੋਂ ਤਿੱਖੇ ਕਰਦੇ ਹੈ, ਉਹਨਾਂ ਤੇ ਸਰੈਣ ਦੇ ਨਾਲ ਪੱਥਰ ਦੇ ਨਾਲ ਘਸਾਉਂਦੇ ਹਨ। ਸੇਲੇ ਭਾਲੇ ਚੱਕਰ ਆਦਿ ਇਹ ਸਾਰੇ ਸ਼ਸਤਰਾਂ ਨੂੰ ਸਿੰਘਾਂ ਨੇ ਸੰਭਾਲਣਾ ਕੀਤਾ। ਭਾਵੇਂ ਸੰਭਾਲਦੇ ਪਹਿਲਾਂ ਵੀ ਸੀ, ਪਰ ਅੱਜ ਸਪੈਸ਼ਲ ਸੰਭਾਲ ਹੋ ਰਹੀ ਹੈ ਉਹਨਾਂ ਦੀ। ਤਿੱਖੇ ਕੀਤੇ ਜਾ ਰਹੇ ਹੈ ਤਾਂ ਕਿ ਦੁਸ਼ਮਣ ਜਦ ਸਾਹਮਣੇ ਆਵੇ ਤੇ ਬਚੇ ਨਾ। ਵਿਚੂਏ ਪੇਸ਼ ਕਬਜ ਜਮ ਧਰ ਧਰ ਅਲਪਤ ਮਾਚੇ ਤਜਵੇ ਭਰ ਭਰ। ਵਿਛੂਆ ਇੱਕ ਸ਼ਸਤਰ ਹੈ ਜਿਹੜਾ ਉਂਗਲਾਂ ਦੇ ਵਿੱਚ ਪੈਂਦਾ। ਇਸਤਰੀਆਂ ਦੇ ਵਿੱਚ ਗਹਿਣਾ ਵੀ ਹੁੰਦਾ ਇੱਕ ਵਿਛੂਆ, ਪੈਰਾਂ ਦੀਆਂ ਉਂਗਲਾਂ 'ਚ ਪਾਉਂਦੀਆਂ ਬੀਬੀਆਂ। ਇਹ ਵਿਛੂਆ ਇਸੇ ਕਰਕੇ ਇਹਦਾ ਨਾਮ ਹੈ ਕਿ ਇਹ ਇਹਨਾਂ ਹੱਥਾਂ ਦੀਆਂ ਚਾਰਾਂ ਉਂਗਲਾਂ 'ਚ ਪਾਇਆ ਜਾਂਦਾ ਹੈ ਔਰ ਇਹਦੇ ਮੂਹਰੇ 2 ਇੰਚ ਦਾ ਤਿੱਖਾ ਪੀਸ ਹੁੰਦਾ ਚਾਰ ਥਾਵਾਂ ਤੇ ਉਹ ਜਦੋਂ ਕੋਈ ਦੁਸ਼ਮਣ ਉੱਤੇ ਚੜ੍ਹੇ ਆਵੇ ਤੇ ਫਿਰ ਉਹ ਮੁੱਠੀ ਦੇ ਨਾਲ ਮਾਰਿਆ ਜਾਂਦਾ ਹੈ। ਇਸ ਤਰ੍ਹਾਂ ਪੇਸ਼ ਕਬਜ
ਵਿਛੂਏ ਆਦि ਤਰ੍ਹਾਂ ਤਰ੍ਹਾਂ ਦੇ ਸ਼ਾਸਤਰ, ਛੋਟੇ ਪਿਸਤੌਲ ਔਰ ਗੁਰੂ ਪਿਆਰਿਓ ਨੇੜਿਓਂ ਮਾਰਨ ਵਾਲੇ ਸ਼ਾਸਤਰ, ਕਟਾਰਾਂ ਆਦਿ ਇਹ ਸਾਰੀਆਂ ਸਿੰਘਾਂ ਨੇ ਤਿਆਰ ਕਰਕੇ ਆਪਣੇ ਸਰੀਰ ਤੇ ਸਜਾਉਣੀਆਂ ਸ਼ੁਰੂ ਕੀਤੀਆਂ ਹਨ। ਸੁੰਦਰ ਸੀ ਪਰਨ ਧਰੇ ਬਣਾਏ, ਗਮਨੇ ਬਾਹਰ ਸ਼ਾਸਤਰ ਲਗਾਏ। ਔਰ ਆਪਣੀਆਂ ਸਿਪਰਾਂ ਭਾਵ ਢਾਲਾਂ ਨੂੰ ਗੁਰੂ ਪਿਆਰਿਓ ਤੇਲ ਲਾਉਂਦੇ ਆ। ਚਮੜੇ ਦੀਆਂ ਢਾਲਾਂ ਹੁੰਦੀਆਂ ਸੀਗੀਆਂ, ਸਰੋਂ ਦਾ ਤੇਲ ਲਾਇਆ ਜਾਵੇ ਤੇ ਉਹ ਸਖਤ ਹੋ ਜਾਂਦੀਆਂ, ਉਹਨਾਂ ਨੂੰ ਤਲਵਾਰ ਨਹੀਂ ਵੱਢ ਸਕਦੀ। ਫਿਰ ਆਪਣੀਆਂ ਢਾਲਾਂ ਤੇ ਕੱਪੜਾ ਮਾਰਦੇ ਆ ਔਰ ਉਹਨਾਂ ਨੂੰ ਤੇਲ ਆਦਿ ਲਾਉਂਦੇ ਹਨ ਔਰ ਤਿਆਰ ਕਰਕੇ ਉਹਨਾਂ ਨੂੰ ਰੱਖਦੇ ਹਨ। ਐਚੀ ਚਾਪ ਕਠੋਰ ਸੋ ਜੋਰਾ, ਤਿਆਗੇ ਤੀਰ ਨਿਸ਼ਾਨੇ ਜੋਰ। ਹਜੇ ਦੁਸ਼ਮਣ ਨਹੀਂ ਆਉਣਾ, ਪਰ ਸਿੰਘ ਪਹਿਲਾਂ ਹੀ ਸ਼ਾਸਤਰ ਲੈ ਕੇ ਘੁੰਮਣੇ ਸ਼ੁਰੂ ਹੋ ਗਏ ਆਸੇ ਪਾਸੇ ਜੰਗਲ ਦੇ ਵਿੱਚ। ਦੁਸ਼ਮਣ ਆਉਣ ਦੇ ਤਾਂ ਸਹੀ ਤਿਆਰ ਹੋ ਗਏ ਹਨ ਸਿੰਘ, ਔਰ ਸ਼ਾਸਤਰ ਪਹਿਨ ਕੇ ਸਰੀਰ ਦੇ ਉੱਪਰ ਗੁਰੂ ਪਿਆਰਿਓ ਕੋਈ ਘੋੜ ਸਵਾਰ ਤੇ ਕੋਈ ਪੈਦਲ ਜੰਗਲ ਦੇ ਵਿੱਚ ਘੁੰਮਣ ਲੱਗੇ ਬੱਬਰ ਸ਼ੇਰਾਂ ਦੀ ਨਿਆਈ। ਸਤਿਗੁਰ ਅਨਕਿਤ ਕਮ ਗਵਾਏ, ਨਿਜ ਦੁਰਗਨ ਮੈਂ ਰਖ ਸਮਦਾਏ। ਔਰ ਦੂਜੇ ਪਾਸੇ ਪਾਤਸ਼ਾਹ ਜੀ ਨੇ ਖਜ਼ਾਨਚੀਆਂ ਦੀਆਂ ਸਿੰਘਾਂ ਦੀਆਂ ਡਿਊਟੀਆਂ ਲਾਈਆਂ ਵੀ ਨੇੜੇ ਨੇੜੇ ਪਿੰਡਾਂ ਦੇ ਵਿੱਚੋਂ ਰਾਸ਼ਨ ਇਕੱਠਾ ਕਰ ਲਓ ਜਿੰਨਾ ਵੀ ਹੋ ਸਕਦਾ ਹੈ, ਕਿਉਂਕਿ ਜਦ ਘੇਰਾ ਪੈ ਗਿਆ ਤੇ ਫਿਰ ਬਾਹਰੋਂ ਰਾਸ਼ਨ ਨਹੀਂ ਲਿਆਂਦਾ ਜਾਣਾ। ਉਹ ਗੱਡਿਆਂ ਦੇ ਗੱਡੇ ਰਾਸ਼ਨ ਦੇ ਸਤਿਗੁਰਾਂ ਨੇ ਕਿਲੇ ਦੇ ਵਿੱਚ ਮੰਗਾਉਣੇ ਕੀਤੇ। ਤੇਲ ਕ੍ਰਿਤ ਆਦਿਕ ਲੈ ਧਰੈ, ਬਾਚਤ ਵਸਤ ਬਟੋਰਨ ਕਰੈ। ਇਸ ਤਰ੍ਹਾਂ ਗੁਰੂ ਪਿਆਰਿਓ ਤੇਲ, ਘਿਓ ਆਦਿ ਜਿਹੜਾ ਹੈ ਮੰਗਾ ਕੇ ਇਕੱਠਾ ਕਰ ਕਰਕੇ ਰੱਖਦੇ ਹਨ। ਇਸ ਤੇ ਆਦ ਜਿਤ ਕਰਨ ਤਿਆਰੀ, ਸ਼੍ਰੀ ਕਲਗੀਧਰ ਧਰਤ ਸੁਧਾਰੀ। ਹੋਰ ਵੀ ਜਿੰਨੀਆਂ ਲੋੜ ਦੀਆਂ ਵਸਤੂਆਂ ਹਨ ਉਹਨਾਂ ਨੂੰ ਵੀ ਮੰਗਵਾ ਕੇ ਇਕੱਠੀਆਂ ਕਰਦੇ ਹਨ। ਲਾਗੇ ਦੀਵਾਨ ਖਾਲਸੇ ਕੀਰਾ, ਦਰਨ ਹਿਤ ਡਿਗ ਪ੍ਰਾਪਤ ਹੀਰਾ। ਤਾਂ ਗੁਰੂ ਪਿਆਰਿਓ ਸਤਿਗੁਰਾਂ ਦੇ ਹਜ਼ੂਰੀ 'ਚ ਦੀਵਾਨ ਸਜਦੇ ਆ ਸੁਬਾਹ ਸ਼ਾਮ। ਦੀਵਾਨਾਂ ਦੇ ਵਿੱਚ ਹੁਣ ਪਾਤਸ਼ਾਹ ਮੌਕੇ ਦੀ ਲੋੜ ਮੁਤਾਬਕ ਜੰਗ ਦੇ ਬਾਰੇ ਹੀ ਗਾਈਡ ਕਰਦੇ ਆ ਸਿੰਘਾਂ ਨੂੰ, ਕਿਵੇਂ ਲੜਨਾ ਹੈ, ਕਿਸ ਤਰ੍ਹਾਂ ਦੁਸ਼ਮਣ ਨੂੰ ਅਸੀਂ ਹਰਾ ਸਕਦੇ ਹਾਂ। ਇਹ ਸਤਿਗੁਰੂ ਪਾਤਸ਼ਾਹ ਦੀਵਾਨਾਂ ਦੇ ਵਿੱਚ ਸਿੰਘਾਂ ਨੂੰ ਗਾਈਡ ਕਰਦੇ ਹਨ, ਸੁਚੇਤ ਕਰਦੇ ਹਨ। ਉਪਦੇਸ਼ ਤਰਨ ਮਹਿਮਾ ਕਹਿ ਕੈ, ਲਹੁ ਸੁਜਸ ਪਾਵਨ ਕੋ ਮਹਿਮੈ। ਔਰ ਸਤਿਗੁਰੂ ਦੇ ਉਪਦੇਸ਼ ਜਿਹੜੇ ਹਨ ਉਹ ਖਾਸ ਕਰਕੇ ਹੁਣ ਜੰਗ ਤੇ ਹੀ ਹੈ, ਔਰ ਬਖਸ਼ਿਸ਼ ਕਰਦੇ ਹਨ ਕਿ ਜੰਗ ਦੀ ਮਹਿਮਾ ਦੱਸਦੇ ਹਨ। ਔਰ ਜੰਗ ਦੇ ਮੈਦਾਨ ਵਿੱਚ ਜੇ ਕੋਈ ਜਿਉਂਦਾ ਰਹਿ ਜਾਂਦਾ ਉਹ ਵੀ ਖੁਸ਼ੀਆਂ ਮਾਣੇਗਾ, ਸ਼ਹੀਦੀਆਂ ਪਾਉਣ ਵਾਲਾ ਵੀ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚੇਗਾ। ਹਿੰਦੂ ਤੁਰਕ ਸ਼ਤਰੂ ਨਿਜ ਲਹਿ ਲੈ, ਕਰੋ ਵਿਨਾਸ਼ ਅਯੁੱਧਨ ਕਹਿ ਗਏ। ਔਰ ਦੁਸ਼ਮਣ ਚਾਹੇ ਹਿੰਦੂ ਮਤਲਬ ਪਹਾੜੀਏ ਹੋਣ, ਇਹ ਹਿੰਦੂ ਹੈ, ਤੇ ਤੁਰਕ ਜਿਹੜਾ ਹੈ ਉਹ ਮੁਸਲਮਾਨ, ਜੋ ਵਜੀਦੇ ਦੀ ਫੌਜ, ਲਾਹੌਰ ਵਾਲੇ ਸੂਬੇਦਾਰ ਦੀ ਫੌਜ, ਇਹ ਫੌਜਾਂ ਆ ਰਹੀਆਂ, ਇਹਨਾਂ ਦੁਸ਼ਮਣਾਂ ਨੂੰ, ਹਿੰਦੂਆਂ ਤੁਰਕਾਂ ਨੂੰ ਵੱਢ ਕੇ ਧਰ ਦਿਓ, ਢੇਰ ਲਾ ਦਿਓ। ਨਿਰਭੈ ਹੋਏ ਧੀਰਜ ਬਹੁ ਧਰ ਧਰ, ਉਰਤ ਸ਼ਾਹ ਆਪਣੇ ਕਰ ਕਰ। ਨਿਰਭੈ ਹੋ ਕੇ ਡਰਨਾ ਨਹੀਂ, ਲੜਨਾ ਹੈ ਤੇ ਡਰਨਾ ਨਹੀਂ, ਔਰ ਧੀਰਜ ਵੀ ਰੱਖਣਾ ਹੈ, ਹੋਸ਼ ਨਹੀਂ ਗਵਾਉਣੀ ਜੋਸ਼ ਦੇ ਨਾਲ। ਇਸ ਤਰ੍ਹਾਂ ਉਤਸ਼ਾਹ ਦੇ ਨਾਲ ਅੱਗੇ ਹੋ ਕੇ ਆਪਨ ਮੁਰਚਨ ਪਰ ਬਿਰ ਨਿਕਟ ਬਲੋਕੇ ਮਾਰੋ ਫਿਰ। ਔਰ ਮੋਰਚਿਆਂ ਤੋਂ ਦੂਰ ਨਹੀਂ ਜਾਣਾ। ਮੋਰਚਾਬੰਦੀ ਕੀਤੀ ਹੈ ਨਾ, ਆਪਣਾ ਮੋਰਚਾ ਛੱਡ ਕੇ ਦੂਰ ਨਹੀਂ ਜਾਣਾ, ਮੋਰਚਿਆਂ ਦੇ ਨੇੜੇ ਰਹਿਣਾ। ਔਰ ਜਿਹੜਾ ਤੁਹਾਡੇ ਮੋਰਚੇ ਨੂੰ ਲੰਘਣ ਲੱਗੇ ਉਹਨੂੰ ਟੱਪਣ ਨਹੀਂ ਦੇਣਾ, ਉਹਨੂੰ ਵੇਖ ਕੇ ਘੁੰਮ ਕੇ ਖਤਮ ਕਰਨਾ। ਏਲਾ ਚਾਲ ਅਰਣ ਸੁਅਰ ਅਰ, ਵਿਖੇ ਤੁਮੇ ਭਾਗੇਗੇ ਡਰ। ਔਰ ਜਦੋਂ ਤੁਹਾਡੀ ਤਲਵਾਰ ਦਾ ਹੱਲਾ ਉਹਨਾਂ ਦੇ ਉੱਤੇ ਹੋਇਆ, ਤੁਸੀਂ ਤਲਵਾਰਾਂ ਉਹਨਾਂ ਤੇ ਇਉਂ ਝਾੜੀਆਂ ਕਿ ਉਹ ਡਰਦੇ ਹੀ ਪੁੱਠੇ ਭੱਜਣਗੇ। ਕਣੀ ਮਾਰ ਕਰੀਏ ਰਣ ਲਰ, ਜਿਸ ਤੇ ਪੈ ਤਰ ਕੰਪੇ ਥਰ। ਐਸਾ ਸ਼ਸਤਰ ਮਾਰਿਓ ਉਹਨਾਂ ਦੁਸ਼ਟਾਂ ਦੇ ਕਿ ਉਹ ਜਿਹੜੇ ਹਨ
ਡਰਦੇ ਹੋਏ ਥਰ-ਥਰ ਕੰਬਦੇ ਹੋਏ ਭੱਜ ਜਾਣਗੇ। ਇਸ ਪ੍ਰਕਾਰ ਡਰਦੇ ਹੋਏ ਤਿਆਰ ਕਰੇ ਪ੍ਰਤੀਖਨ ਮੰਡੇਰਾਰ। ਇਸ ਤਰ੍ਹਾਂ ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, ਲੜਨ ਦੇ ਲਈ ਤਿਆਰ ਰਹੋ, ਕਰੇ ਪ੍ਰਤੀਖਨ ਮੰਡੈ ਰਾਰ। ਮੰਡਣਾ ਹੁੰਦਾ ਜੰਗ ਦੇ ਮੈਦਾਨ ਲਈ ਤਿਆਰ ਰਹਿਣਾ, ਤੇ ਜੰਗ ਦੇ ਮੈਦਾਨ ਵਿੱਚ ਆਪੋ ਆਪਣੇ ਮੋਰਚੇ ਮੰਡ ਲਓ। ਧੰਨ ਖਾਲਸਾ ਸਤਿਗੁਰ ਸਾਚਾ, ਰਾਤੋ ਤਿਸ਼ਾਹ ਵਿਖੇ ਚਿਤ ਰਾਜਾ। ਇਹੋ ਸਤਿਗੁਰੂ ਪਾਤਸ਼ਾਹ ਜੀ ਖਾਲਸੇ ਨੂੰ ਧੰਨ ਕਹਿ ਰਹੇ ਹੈ ਤੇ ਖਾਲਸਾ ਗੁਰੂ ਨੂੰ ਧੰਨ ਕਹਿ ਰਿਹਾ ਹੈ। ਔਰ ਰਸ ਉਤਸ਼ਾਹ ਵਿਖੇ ਇਤ ਰਾਚਾ। ਹੁਣ ਇੱਕ ਉਤਸ਼ਾਹ ਦਾ ਰਸ, 9 ਰਸ ਹੈ, ਜਿਨ੍ਹਾਂ ਵਿੱਚੋਂ ਇੱਕ ਰਸ ਉਤਸ਼ਾਹ ਦਾ ਹੈ, ਤੇ ਸਿੰਘ ਜਿਹੜੇ ਹਨ ਬੜੇ ਉਤਸ਼ਾਹ ਵਿੱਚ ਹਨ। ਆਪ ਅਲਪ ਸ਼ਤਰੂ ਸਮਦਾਈ, ਸਭ ਜਗ ਕੇ ਭਟ ਕੀਨ ਚੜਾਈ। ਇਸ ਤਰ੍ਹਾਂ ਗੁਰੂ ਪਿਆਰਿਓ, ਆਪ ਅਲਪ ਸ਼ਤਰੂ ਸਮਦਾਈ, ਆਪ ਭਾਵੇਂ ਥੋੜੇ ਸਨ, ਸ਼ਤਰੂਆਂ ਦੀ ਗਿਣਤੀ ਭਾਵੇਂ ਵੱਧ ਹੈ, ਪਰ ਸਭ ਜਗ ਦੇ ਭਟ ਕੀਨ ਚੜਾਈ। ਸਾਰੇ ਜਗ ਦੇ ਯੋਧਿਆਂ ਨੇ ਇਕੱਠੇ ਹੋ ਕੇ ਚੜ੍ਹਾਈ ਕਰਨੀ ਹੈ। ਆਨੰਦ ਤਨੈ ਤੁਜ ਤਾਹੇ, ਸਾਵਧਾਨ ਪੈ ਹੋ ਤਲਰਾਏ। ਪਰ ਫੇਰ ਵੀ ਤੁਸੀਂ ਜਿਹੜਾ ਹੈ ਡਰਨਾ ਨਹੀਂਗਾ, ਬਈ ਇਹ ਗਿਣਤੀ ਵਾਲੀ ਹੈ। ਪਾਤਸ਼ਾਹ ਕਹਿੰਦੇ ਗਿਣਤੀ ਨਹੀਂ ਵੇਖਣੀ ਦੁਸ਼ਮਣ ਦੀ, ਜਿਹੜਾ ਹੈ ਦੁਸ਼ਮਣ ਦੀ ਗਿਣਤੀ ਨਹੀਂ ਵੇਖਣੀ, ਔਰ ਡਰਨਾ ਨਹੀਂ ਹੈਗਾ। ਤੇ ਤੁਸੀਂ ਇਸ ਤਰ੍ਹਾਂ ਦੁਸ਼ਮਣ ਦੇ ਉੱਤੇ ਚੜ੍ਹ ਕੇ ਜਾਣਾ ਹੈ, ਤੇ ਦੁਸ਼ਮਣ ਨੂੰ ਲੋਹੇ ਦੇ ਚਣੇ ਚਵਾਉਣੇ ਹਨ ਦੋਹਰਾ। ਔਰ ਸਰਹੰਦ ਤੇ ਚੜ ਚਲਿਓ, ਲਸ਼ਕਰ ਬੜੋ ਬਟੋਰ। ਤੇ ਇਧਰ ਆ ਜਾਓ ਹੁਣ ਸਰਹੰਦ ਵਾਲੇ ਪਾਸੇ, ਦੁਸ਼ਮਣ ਦਾ ਤਿਆਰੀ ਦੇਖਦੇ ਆ। ਭਾਈ ਸਾਹਿਬ ਜੀ ਲਿਖਦੇ ਹਨ, ਕਹਿੰਦੇ ਵਜੀਦਾ ਜਿਹੜਾ ਸਰਹੰਦ ਵਾਲਾ, ਉਹ ਆਪਣੀ ਸਾਰਾ ਲਸ਼ਕਰ ਬਟੋਰ ਕੇ ਇਕੱਠਾ ਕਰਕੇ ਚਾਲੇ ਪਾਉਂਦਾ ਹੈ। ਆਨ ਵਜੀਦਾ ਕ੍ਰੋਧ ਕੈ, ਗਮਨ ਆਨੰਦਪੁਰ ਔਰ ਵਜੀਦਾ ਖਾਨ ਜਿਹੜਾ ਹੈ ਕ੍ਰੋਧ ਕੈ, ਗੁੱਸੇ ਦੇ ਨਾਲ, ਬੜੇ ਜੋਸ਼ ਦੇ ਨਾਲ ਆਪਣੀ ਫੌਜ ਨੂੰ ਲੈ ਕਰਕੇ ਚਾਲੇ ਪਾਉਂਦਾ ਹੈ। ਸੰਗ 400 ਅਰ 50, ਬਜੇ ਨਗਾਰੇ ਤੁਨ ਬੜਤਾਸ। ਔਰ ਇਹਦੀ ਗਿਣਤੀ ਬਹੁਤ ਜ਼ਿਆਦਾ ਹੈ ਫੌਜ ਦੀ, ਤੇ ਸਾਰੇ ਸੂਬਿਆਂ ਦੀਆਂ ਫੌਜਾਂ ਜਰਨੈਲਾਂ ਦੀਆਂ ਇਕੱਠੀਆਂ ਕਰਦਾ। ਤੇ ਕਹਿੰਦੇ ਇਸ ਦੇ ਫੌਜ ਦੇ ਵਿੱਚ ਸੰਗ 400 ਅਰ 50, ਬਜੇ ਨਗਾਰੇ ਧੁਨ ਵੜ ਰਾਸ। ਜਿਨ੍ਹਾਂ ਦੀ ਬਹੁਤ ਉੱਚੀ ਆਵਾਜ਼ ਹੈ, 400 ਨਗਾਰੇ ਵਜਾਉਂਦੇ ਹੋਏ ਆ ਰਹੇ ਹਨ। ਇਤਨੇ ਹੀ ਨਿਸ਼ਾਨ ਪਹਿਰਾਏ, ਨਿਜ ਨਿਜ ਮਿਸਲਨ ਅਗਰ ਚਲਾਏ। ਮਿਸਲਾਂ ਹੁੰਦੀਆਂ ਟੁਕੜੀਆਂ, ਫੌਜਾਂ ਦੀਆਂ ਟੁਕੜੀਆਂ ਨੂੰ ਮਿਸਲਾਂ ਕਹਿੰਦੇ ਹਨ। ਜਿਵੇਂ ਸਿੱਖ ਫੌਜਾਂ ਵੀ ਮਿਸਲਾਂ ਵਿੱਚ ਵੰਡੀਆਂ ਹੋਈਆਂ ਸਨ, ਜਰਨੈਲ ਬਣਾਏ ਹੋਏ ਸੀ। ਇਸ ਤਰ੍ਹਾਂ ਸਾਰੀਆਂ ਮਿਸਲਾਂ ਜਿਹੜੀਆਂ 400 ਝੰਡਿਆਂ ਦੇ ਹੇਠਾਂ ਚੱਲ ਰਹੀਆਂ ਹਨ। ਪੈਦਲ ਚਲਤ ਤੂਫਾਨ ਸੰਭਾਰੇ, ਤਿਆਰ ਤੁਰੰਗਮ ਪਰ ਸਵਾਰੇ। ਕੋਈ ਪੈਦਲ ਹੈ, ਕੋਈ ਘੋੜਿਆਂ ਤੇ ਸਵਾਰ ਹੈ ਗੁਰੂ ਪਿਆਰਿਓ। ਤੇ ਇਸ ਤਰ੍ਹਾਂ ਆਪਣੀਆਂ ਬੰਦੂਕਾਂ, ਸ਼ਸਤਰ ਆਦਿ ਪਹਿਨ ਕਰਕੇ ਤੋਪੇ ਚਲੀ ਅਨੇਕ ਪ੍ਰਕਾਰੇ, ਉਮੜਿਓ ਦਲ ਜਲ ਸਮਭਉ ਬਾਰੇ। ਔਰ ਇਹਨਾਂ ਦਾ ਦਲ ਜਿਹੜਾ ਹੈ ਆਏ ਇਕੱਠਾ ਹੋ ਕੇ ਆ ਰਿਹਾ ਹੈ, ਜਿਵੇਂ ਸਮੁੰਦਰ ਦਾ ਪਾਣੀ ਟੁੱਟ ਕੇ ਫੈਲ ਜਾਵੇ। ਭਾਵ ਗਿਣਤੀ ਦੱਸੀ ਹੈ ਭਾਈ ਸਾਹਿਬ ਨੇ ਕਿ ਇਉਂ ਲੱਖਾਂ ਦੀ ਗਿਣਤੀ ਵਿੱਚ ਇਹਨਾਂ ਨੇ ਫੌਜ ਇਕੱਠੀ ਕੀਤੀ ਹੈ। ਔਰ ਬੇਅੰਤ ਬੰਦੂਕਾਂ ਵਾਲੇ ਪੈਦਲ, ਘੋੜਸਵਾਰ ਫੌਜੀ ਅਤੇ ਤੋਪਾਂ ਜਿਹੜੀਆਂ ਹਨ ਉਹ ਵੀ ਲੱਦੀ ਆਉਂਦੇ ਹਨ। ਬਜੇ ਪਟੇ ਸ਼ਰਨਾਹੀ, ਰਣ ਸਿੰਘੇ ਬਾਜੇ ਸਮਦਾਈ। ਔਰ ਜੰਗ ਦੇ ਮੈਦਾਨ ਦੇ ਸਾਜ਼ ਵੱਜਦੇ ਆ ਰਹੇ ਆ, ਦੁੰਦਵੀਆਂ, ਛੋਟੇ ਨਗਾਰੇ, ਵੱਡੇ ਨਗਾਰੇ ਆਦਿ। ਇਹ ਸਾਰੇ ਵਜਾਉਂਦੇ ਹੋਏ, ਸ਼ਹਿਨਾਈਆਂ ਵਜਾਉਂਦੇ ਹੋਏ, ਜੰਗ ਦੇ ਮੈਦਾਨ ਦੀਆਂ ਆਵਾਜ਼ਾਂ ਕੱਢਦੇ ਹੋਏ ਆ ਰਹੇ ਹਨ। ਮਹਾ ਕੋਲਾਹਲ ਚਾਲਤ ਹੋਵਾ, ਉਡੀ ਧੂਲ ਨੈ ਸੂਰਜ ਜੋਵਾ। ਔਰ ਕੋਲਾਹਲ ਕਹਿੰਦੀ ਆ ਰੌਲੇ ਨੂੰ, ਬੜਾ ਰੌਲਾ ਪੈਂਦਾ ਆ ਰਿਹਾ ਹੈ। ਤੇ ਘੋੜਿਆਂ ਦੀਆਂ, ਮਨੁੱਖਾਂ ਦੀਆਂ ਪੈਰਾਂ ਦੇ ਨਾਲ ਉੱਡਿਆ ਹੋਇਆ ਰੇਤਾ ਬੱਦਲਾਂ ਦੀ ਨਿਆਈ ਚੜ੍ਹ ਗਿਆ ਆਕਾਸ਼ਾਂ ਨੂੰ।
ਤੇ ਹਨੇਰਾ ਕਰ ਦਿੱਤਾ ਹੈ ਉਹਨਾਂ ਨੇ। ਕਨ ਕਟਾ ਬਿਦਰ ਚਰਚਾਲੀ ਸ਼ਾਸਤਰ ਤੋਂ ਮੰਕਤ ਛਟਾ ਬਿਸਾਲੀ। ਕਿਉਂ ਆ ਰਹੀ ਹੈ ਫੌਜਾਂ ਇਕੱਠੀਆਂ ਹੋਈਆਂ ਦੂਰ ਤੱਕ ਕਿਉਂ ਦਿਖਾਈ ਦਿੰਦੀਆਂ ਜਿਵੇਂ ਕਾਲੀ ਬੋਲੀ ਘਟਾ ਚੜ ਕੇ ਆਉਂਦੀ ਹੋਵੇ। ਬੜੋ ਰੂਰਪਾ ਮਾਰਗ ਮਾਹੀ ਕਹੀ ਬਾਤ ਸੁਨੀਅਤ ਕੁਛ ਨਾਹੀ। ਕਿਸੇ ਦੀ ਕਿਸੇ ਨੂੰ ਕੰਨ ਪਾਈ ਨਹੀਂ ਸੁਣਦੀ। ਬੜਾ ਰੌਲਾ ਪਾਉਂਦੇ ਹੋਏ ਵਜੀਦੇ ਦੇ ਫੌਜੀ, ਵਜੀਦੇ ਦਾ ਲਸ਼ਕਰ ਜਿਹੜਾ ਹੈ ਆਨੰਦਪੁਰ ਸਾਹਿਬ ਦੇ ਵੱਲ ਨੂੰ ਆ ਰਿਹਾ ਹੈ। ਕਹਿ ਜਲ ਉਮੜਿਓ ਬੜੋ ਸਮੁੰਦਰ ਬੰਦੇ ਟੋਲ ਤਰੰਗ ਅਛੁੰਦਰ। ਇਉਂ ਲੱਗਦਾ ਜਿਵੇਂ ਕੋਈ ਸਮੁੰਦਰ ਦਾ ਟੁੱਟ ਕੇ ਪਾਣੀ ਫੈਲ ਰਿਹਾ ਹੋਵੇ ਤਰੰਗਾਂ ਦੇ ਵਿੱਚ, ਲਹਿਰਾਂ ਦੇ ਵਿੱਚ। ਗਨ ਦੇ ਸ਼ਨ ਕੇ ਆਯੁਧ ਤਾਰੇ ਕਹਿ ਸ਼ਾ ਉਮੜੇ ਇੱਕ ਵਾਰੀ। ਕਿਉਂਕਿ ਬਾਦਸ਼ਾਹ ਔਰੰਗਜ਼ੇਬ ਦੇ ਕਹਿਣ ਕਰਕੇ ਕਈ ਸੂਬਿਆਂ ਦੇ, ਕਈ ਦੇਸ਼ਾਂ ਦੇ ਜਿਹੜੇ ਫੌਜੀ ਇਹਨਾਂ ਨੇ ਭਰਤੀ ਕੀਤੇ ਹੋਏ ਆ, ਸਾਰੇ ਇਕੱਠੇ ਕਰਕੇ ਆਨੰਦਪੁਰ ਸਾਹਿਬ ਤੇ ਚੜਾਏ ਆ। ਜਥਾ ਬ੍ਰਿੰਦ ਕੀ ਆਗਿਆ ਪਾਏ ਨਭ ਮੇ ਚਲੇ ਮੇਘ ਸਮਦਾਏ। ਜਿਵੇਂ ਇੰਦਰ ਦੇ ਹੁਕਮ ਨਾਲ ਕਹਿੰਦੇ ਆਕਾਸ਼ ਵਿੱਚ ਬੱਦਲ ਚੜ ਕੇ ਆ ਜਾਣ, ਉਸੇ ਤਰ੍ਹਾਂ ਕਰਤੇ ਮਜਲ ਸ਼ਿਵਰ ਕੋ ਪਾਵੈ ਹਿਤ ਰਾਮ ਕੀ ਦਿਸ਼ਾ ਬਿਤਾਵੈ। ਮਜਲ ਹੁੰਦੀ ਆ ਪੈਂਡਾ ਤੈਅ ਕਰਦੇ ਹੋਏ, ਚਲੋ ਚਾਲ ਚਲੋ ਚਾਲ। ਜਿੱਥੇ ਰਾਤ ਪੈਂਦੀ ਆ ਰੁਕ ਜਾਂਦੇ ਨੇ, ਤੜਕੇ ਫੇਰ ਚੱਲ ਪੈਂਦੇ ਆ ਆਰਾਮ ਕਰਕੇ। ਪਰੋ ਲੰਘ ਸਰੰਦੀ ਲਸ਼ਕਰ ਉਤਰਿਓ ਸਿਵਰ ਅਗਰ ਕੁਛ ਹੈ ਕਰ। ਇਸ ਤਰ੍ਹਾਂ ਸਰਹੰਦ ਵਾਲੀਆਂ ਫੌਜਾਂ, ਵਜੀਦੇ ਦੀਆਂ ਫੌਜਾਂ ਰੋਪੜ ਨੂੰ ਪਾਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਹੀ ਥੋੜੀ ਦੂਰੀ ਤੇ ਰੁਕੀਆਂ ਹਨ। ਜ਼ਬਰਦਸਤ ਖਾਨ ਲਵਪੁਰ ਤਿਆਗਾ ਗਮਨਿਓ ਡਰਨ ਜੰਗ ਅਨਰਾਗਾ। ਦੂਜੇ ਪਾਸਿਓਂ ਲਾਹੌਰ ਦਾ ਜਰਨੈਲ ਜ਼ਬਰਦਸਤ ਖਾਂ ਇਹ ਵੀ ਆਪਣੀ ਫੌਜ ਲੈ ਕੇ ਚਾਲੇ ਪਾਉਂਦਾ ਹੈ। ਪੈਦਲ ਗਨ ਤੁਰੰਗਨ ਕੀ ਸੈਨਾ ਚਲੇ ਸ਼ਿਖਰ ਛਾਈ ਰਜ ਗੈਨਾ। ਔਰ ਪੈਦਲ ਸਵਾਰ, ਘੋੜ ਸਵਾਰ ਬੜੇ ਤੇਜ਼ੀ ਨਾਲ ਭੱਜੇ ਆ ਜਾ ਰਹੇ ਨੇ। ਔਰ ਰੱਜ ਕਹਿੰਦੇ ਆ ਧੂੜ ਨੂੰ, ਘੋੜਿਆਂ ਦੇ ਪੈਰਾਂ ਨਾਲ ਉੱਡੀ ਹੋਈ ਧੂੜ ਆਕਾਸ਼ਾਂ ਨੂੰ ਚੜ੍ਹਦੀ ਜਾ ਰਹੀ ਹੈ। ਤੋਪੇ ਤੁਪ ਅਨੇਕ ਪ੍ਰਕਾਰੇ ਨੀਕਰ ਚੜਿਓ ਕਟਕ ਪਟ ਭਾਰੇ। ਇਹ ਵੀ ਬੇਅੰਤ ਸ਼ਸਤਰ, ਤੋਪ, ਬੰਦੂਕਾਂ ਆਦਿ ਲੈ ਕਰਕੇ ਕਟਕ ਕਹਿੰਦੇ ਆ ਫੌਜ ਨੂੰ, ਸਿਪਾਹੀਆਂ ਦੀ ਗਿਣਤੀ ਨੂੰ। ਬਹੁਤ ਸਾਰੀ ਫੌਜ ਲੈ ਕੇ ਚੱਲਿਆ। ਚਾਰ ਸੈਂਕੜੇ ਅਰ 50 ਦੁਦਬ ਬਾਜੇ ਸ਼ਬਦ ਪ੍ਰਕਾਸ਼ਾ। ਇਹਦੇ ਵੀ ਬੇਅੰਤ ਸੈਂਕੜੇ ਹੀ ਨਗਾਰੇ ਢੋਲ ਵੱਜਦੇ ਆ ਰਹੇ ਹਨ। ਢੋਲ ਪਟੇ ਤੁਰ ਕੇ ਕਰਨਾਏ ਬਾਜੁਟੇ ਬਾਦਤ ਸਬਦਾਏ। ਜੰਗ ਦੇ ਮੈਦਾਨ ਵਿੱਚ ਜੰਗ ਦੇ ਸੁਭਾਅ ਨੂੰ ਦੱਸਦੇ ਹੋਏ ਸਾਜ਼ਾਂ ਨੂੰ ਵਜਾਉਣ ਦਾ ਢੰਗ ਅਲੱਗ-ਅਲੱਗ ਹੁੰਦਾ। ਜਦੋਂ ਨਗਾਰਾ ਖੁਸ਼ੀ 'ਚ ਵਜਾਇਆ ਜਾਂਦਾ ਉਹਦੇ ਵਜਾਉਣ ਦਾ ਹੋਰ ਢੰਗ ਹੁੰਦਾ। ਜਦੋਂ ਕਿਸੇ ਗੁਰੂ ਪਿਆਰਿਓ ਸੋਗ ਸਮੇਂ ਵਜਾਇਆ ਜਾਂਦਾ ਹੈ ਤੁਰਲੀਆਂ ਤੇ ਉਸ ਹੋਰ ਢੰਗ ਨਾਲ। ਇਹੀ ਸ਼ਹਿਨਾਈਆਂ ਵਿਆਹ ਦੇ ਵਿੱਚ ਵੱਜਦੀਆਂ, ਜਦੋਂ ਬਰਾਤ ਆਉਂਦੀ ਆ ਉਹਨੂੰ ਵਜਾਉਣ ਦਾ ਹੋਰ ਢੰਗ ਹੁੰਦਾ। ਬੈਂਡ ਬਾਜਿਆਂ ਵਾਲੇ ਜਾਣਦੇ ਆ ਸਾਰਾ ਕੁਝ। ਤਾਂ ਇਸ ਤਰ੍ਹਾਂ ਅੱਜ ਇਹ ਸ਼ਹਿਨਾਈਆਂ, ਇਹ ਨਗਾਰੇ, ਇਹ ਢੋਲ, ਇਹ ਬਾਜੇ ਵੱਜਦੇ ਆ ਰਹੇ ਨੇ ਬਈ ਅਸੀਂ ਦੁਸ਼ਮਣ ਨੂੰ ਲੜਨ ਚੱਲੇ ਆ, ਮਾਰਨ ਚੱਲੇ ਆ। ਇਸ ਤਰ੍ਹਾਂ ਆ ਰਹੇ ਆ ਵਜਾਉਂਦੇ। ਇਤਨੇ ਹੀ ਨਿਸ਼ਾਨ ਪਰ ਸਥਾਨੇ ਚੋਰੀ ਪਟ ਛੂਟਤ ਪਹਿਰਾਨੇ। ਔਰ ਇਸੇ ਤਰ੍ਹਾਂ ਇਹਨਾਂ ਦੀਆਂ ਵੀ ਟੁਕੜੀਆਂ ਹਨ। ਉਹਨਾਂ ਟੁਕੜੀਆਂ ਦੇ ਕੋਲ ਆਪੋ ਆਪਣੇ ਝੰਡੇ ਲਹਿਰਾ ਰਹੇ ਹਨ। ਲਸ਼ਕਰ ਕੇ ਆਗੂ ਜਾਲੇ ਕਰਤ ਬੂਝ ਉਠ ਰੌਰ ਵਿਸਾਲੇ। ਔਰ ਲਸ਼ਕਰ ਦੇ ਅੱਗੇ ਅੱਗੇ ਉਹਨਾਂ ਦੇ ਝੰਡੇ ਨਿਸ਼ਾਨ ਚੱਲ ਰਹੇ ਹਨ। ਇਸ ਤਰ੍ਹਾਂ ਗੁਰੂ ਪਿਆਰਿਓ ਅੱਗੇ ਅੱਗੇ ਢੋਲ ਨਗਾਰੇ ਵੱਜਦੇ ਆ ਰਹੇ ਹੈ, ਪਿੱਛੇ ਸਾਰਾ ਲਸ਼ਕਰ ਆ ਰਿਹਾ ਹੈ। ਮਾਰਗੋ ਲਗ ਜਥਾ ਕ੍ਰਮ ਸਾਰਾ ਡੇਰਾ ਨਦੀ ਕਿਨਾਰੇ ਡਾਰਾ। ਔਰ ਇਸ ਨੇ ਮਾਰਗ ਤੈਅ ਕਰਦੇ ਹੋਏ ਜ਼ਬਰਦਸਤ ਖਾਂ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਇੱਕ ਸਾਈਡ ਤੇ ਨਦੀ ਦੇ ਕਿਨਾਰੇ ਤੇ ਰੁਕਣਾ ਕੀਤਾ ਜੀ। 900 ਦੁੱਧ ਬਦੋਏ ਦਲ ਕੀਰੇ 900 ਝੰਡੇ ਝੂਲੇ ਅਗੇਰੇ। ਇਸ ਤਰ੍ਹਾਂ 900 ਨਗਾਰੇ, ਸੈਂਕੜੇ ਹੀ ਨਗਾਰੇ ਤੇ ਸੈਂਕੜੇ ਹੀ ਝੰਡੇ ਜਿਹੜੇ ਹਨ ਅਨੰਦਪੁਰ ਸਾਹਿਬ ਦੇ ਆਸੇ-ਪਾਸੇ ਇਕੱਠੇ ਹੋ ਰਹੇ ਹੈ। ਅਨੰਦਪੁਰ ਕੇ ਦਵਜ ਆਏ ਦੂਰ ਦੂਰ ਸੇ ਪਰੇ ਦਿਸਾਏ। ਦੋ ਦਿਸ਼ਾਵਾਂ ਤੇ ਇੱਕ ਫੌਜ ਨਦੀ ਵਾਲੇ ਪਾਸੇ ਤੇ ਦੂਜੀ ਫੌਜ ਰੋਪੜ ਵਾਲੇ ਪਾਸੇ ਬੈਠ ਗਈ ਹੈ।
ਦੂਰੋਂ ਦਿਖਾਈ ਦਿੰਦੇ ਹਨ। ਦਿਸ਼ਾ ਤੀਸਰੀ ਸੈਲਣ ਸੈਨਾ ਭੀਮ ਚੰਦ ਅਵਲੋਕੇ ਨੈਣਾ। ਤੇ ਤੀਸਰਾ ਪਾਸਾ ਜਿਹੜਾ ਰੋਕਿਆ ਹੈ ਭੀਮ ਚੰਦ ਪਹਾੜੀਏ ਨੇ ਆਪਣੀ ਫੌਜ ਲਿਆ ਕੇ। ਭੀਮ ਚੰਦ ਆਪਣੀਆਂ ਸਾਰੇ 22 ਧਾਰ ਦੇ ਰਾਜਿਆਂ ਦੀਆਂ ਫੌਜਾਂ, ਪਿੰਡਾਂ ਦੇ ਛੇੜ ਭਾ ਪਿੰਡਾਂ ਦੇ ਨੌਜਵਾਨ ਅਣਸਿੱਖੇ ਉਹਨਾਂ ਨੂੰ ਸਭ ਨੂੰ ਇਕੱਠੇ ਕਰਕੇ ਤੀਸਰੀ ਸਾਈਡ ਜਿਹੜੀ ਹੈ ਭੀਮ ਚੰਦ ਨੇ ਮੱਲੀ ਹੈ। ਸਭ ਰਾਜਨ ਕੋ ਭਲੇ ਸੰਭਾਰ ਚੜ ਬੇਹਿਤ ਤਬ ਲੀਨ ਹਕਾਰ। ਔਰ ਇਸ ਤਰ੍ਹਾਂ ਸਾਰੇ ਰਾਜਿਆਂ ਨੂੰ ਇਕੱਠੇ ਕਰਕੇ ਭੀਮ ਚੰਦ ਜਿਹੜਾ ਹੈ ਇਹ ਵੀ ਆਪਣੀ ਫੌਜ ਲੈ ਕੇ ਚੱਲ ਪਿਆ ਜੀ। ਗਜ ਬਾਜੀ ਨ ਅਰੋਹਨ ਪਏ ਇਕ ਥਲ ਮੇਲ ਸਭਨ ਹੋ ਕਏ। ਇਉਂ ਆਨੰਦਪੁਰ ਸਾਹਿਬ ਜੀ ਦੀਆਂ ਤਿੰਨੇ ਸਾਈਡਾਂ ਇਹਨਾਂ ਨੇ ਰੋਕਣੀਆਂ ਕੀਤੀਆਂ ਹਨ। ਹਾਥੀਆਂ ਘੋੜਿਆਂ ਦਾ ਵੀ ਗੁਰੂ ਪਿਆਰਿਓ ਕੋਈ ਥਾਂ ਨਹੀਂ ਹੈ। ਇੱਕ ਥਾਂ ਦੇ ਉੱਤੇ ਇਹ ਪਹਾੜੀਏ ਇਕੱਠੇ ਹੋ ਗਏ, ਇੱਕ ਸਾਈਡ ਤੇ ਲਾਹੌਰੀਏ ਇਕੱਠੇ ਹੋ ਗਏ ਤੇ ਇੱਕ ਪਾਸੇ ਸਰਹੰਦੀਏ ਇਕੱਠੇ ਹੋ ਗਏ ਜੀ। ਸੁਰਕਨ ਚਮਮ ਅਡੀਗਤ ਰਹੇ ਜਬ ਆਗਮਨ ਦੋਹਨ ਕੋ ਲਹੇ। ਤਾਂ ਹੁਣ ਜਦੋਂ ਕਹਿਣ ਲੱਗੇ ਇਹਨਾਂ ਦੋਨਾਂ ਦਾ ਆਉਣਾ ਹੋ ਗਿਆ ਹੈ, ਇਹ ਫੌਜਾਂ ਆ ਗਈਆਂ, ਕੁਝ ਦਿੱਲੀ ਵਾਲੇ ਪਾਸਿਓਂ ਫੌਜ ਆਉਣੀ ਆ, ਤਾਂ ਇਸ ਤਰ੍ਹਾਂ ਜਦੋਂ ਇਹ ਤਿੰਨ ਤਰ੍ਹਾਂ ਦੀ ਫੌਜ ਇਕੱਠੀ ਹੋ ਗਈ ਹੈ। ਸਤ ਛਿਨ ਕਰ ਤਿਆਰੀ ਚੜਿਆਏ ਗਿਰ ਗਰਪਤੀ ਮੇਲ ਕਰਤਾਏ। ਹੁਣ ਇਹ ਵਜੀਦ ਖਾਂ, ਜ਼ਬਰਦਸਤ ਖਾਂ, ਭੀਮ ਚੰਦ ਇਹ ਸਾਰੇ ਇਕੱਠੇ ਹੋ ਕੇ ਸਲਾਹ ਮਸ਼ਵਰਾ ਕਰਕੇ ਫਿਰ ਹੋਰ ਅਨੰਦਪੁਰ ਸਾਹਿਬ ਦੇ ਨੇੜ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨਕੇ ਦੁੱਧ ਬਚੇ ਨਿਰਾਲੇ ਨਿਕਸੇ ਪਰਬਤ ਲੈ ਦਲ ਜਾਲੇ। ਇਸ ਤਰ੍ਹਾਂ ਇਹਨਾਂ ਦੇ ਵੀ ਨਗਾਰੇ ਵੱਜਦੇ ਹੋਏ ਪਹਾੜਾਂ ਦੇ ਵਿੱਚੋਂ ਨਿਕਲ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਲ ਨੂੰ ਵਧਣ ਲੱਗੇ ਹਨ। ਜ਼ਬਰਦਸਤ ਖਾਂ ਉਤਰਿਓ ਪਾਰ ਸਭ ਲਸ਼ਕਰ ਤਰ ਸਲਤਾ ਬਾਰ। ਔਰ ਜ਼ਬਰਦਸਤ ਖਾਂ ਨੇ ਦਰਿਆ ਨੂੰ ਪਾਰ ਕਰ ਲਿਆ। ਸ਼ਾਇਦ ਇਹ ਸਤਲੁਜ ਦਰਿਆ ਵਾਲੇ ਪਾਸਿਓਂ ਆ ਰਿਹਾ ਹੈ। ਇਸ ਨੇ ਸਤਲੁਜ ਦਰਿਆ ਨੂੰ ਪਾਰ ਕਰਕੇ ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚਣਾ ਕੀਤਾ ਹੈ। ਲਸ਼ਕਰ ਨੂੰ ਵੀ ਪਾਰ ਕਰ ਲਿਆ ਹੈ। ਦੋਨੋਂ ਸੂਬੇ ਮਿਲੇ ਕਥਾਏ ਕਰੀ ਸੁਚੇਤ ਚਮਕ ਸਮਦਾਏ। ਹੁਣ ਸੂਬੇਦਾਰ ਵਜੀਦਾ ਤੇ ਜ਼ਬਰਦਸਤ ਖਾਂ ਇਕੱਠੇ ਹੋਏ ਨੇ ਤੇ ਦੋਨਾਂ ਨੇ ਆਪਣੀ ਫੌਜ ਇਕੱਠੀ ਕਰ ਦਿੱਤੀ ਹੈ। ਸਭ ਬਿਦ ਕੀ ਮਸਲਤ ਗਿਨ ਕਰਕੇ ਗਮਨੇ ਮਗ ਗਜ ਬਾਜੀ ਚਰਕੇ। ਹੁਣ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ ਹੈ ਵੀ ਕਿਸ ਤਰ੍ਹਾਂ ਘੇਰਾ ਪਾਈਏ, ਕਿਵੇਂ ਆਪਾਂ ਇਹਨਾਂ ਦੇ ਨੇੜੇ ਢੁਕੀਏ। ਇਹ ਸਲਾਹ ਮਸ਼ਵਰਾ ਕਰਕੇ ਹੁਣ ਸੁਚੇਤ ਹੋ ਕੇ ਆਪਣੀ ਫੌਜ ਨੂੰ ਅੱਗੇ ਕਰਦੇ ਹਨ। ਦੁੱਧ ਬਸ਼ਬਦ ਪੀਮਾ ਕਾਲਤ ਕਦੀਮ ਸੀਮਾ। ਇਸ ਤਰ੍ਹਾਂ ਕਵੀ ਜੀ ਲਿਖਦੇ ਹਨ ਕਵਿਤਾ ਦੇ ਵਿੱਚ, ਕਵਿਤ ਦੇ ਵਿੱਚ, ਜਿਵੇਂ ਸਮੁੰਦਰ ਦਾ ਰੂਪ ਬੱਧਾ ਹੈ, ਭਾਵ ਜਿਹੜੇ ਨਗਾਰੇ ਵੱਜ ਰਹੇ ਹਨ ਉਹ ਸਮੁੰਦਰ ਦੀਆਂ ਭਿਆਨਕ ਆਵਾਜ਼ਾਂ ਉੱਠਦੀਆਂ ਹੋਣ, ਜਿਵੇਂ ਕਵੈਦ ਕਰਦੇ ਹੋਏ। ਤੋਪਕ ਪਟੀ ਅਸੀਮਾ ਮਨ ਤਨ ਛੁਦਰ ਕੋ। ਮੀਨ ਕਹਿੰਦੇ ਹਨ ਮੱਛੀਆਂ ਨੂੰ। ਕਹਿਣ ਲੱਗੇ ਜਿਸ ਤਰ੍ਹਾਂ ਸਮੁੰਦਰ ਵਿੱਚ ਮੱਛੀਆਂ ਹੁੰਦੀਆਂ ਇਉਂ ਇਹ ਫੌਜ ਮਾਨੋ ਸਮੁੰਦਰ ਦੇ ਜਲ ਜੰਤੂ ਹਨ। ਤੋਪੀ ਮਹਾਨਕਰ ਤੁੰਡ ਪਸਰੇ ਅਬਰਕ ਜਿਨ ਸਿਪਰੇ ਕਮਟ ਬੇਗ ਤਾਵਤ ਮੁਦਰ ਕੋ। ਇਸ ਤਰ੍ਹਾਂ ਤੋਪਾਂ ਇਉਂ ਬੰਦੂਕਾਂ ਇਉਂ ਲੱਗਦੀਆਂ ਹਨ ਜਿਵੇਂ ਵੱਡੇ ਵੱਡੇ ਮਗਰਮੱਛ ਹੋਣ ਇਹਨਾਂ ਦੇ ਕੋਲ। ਜਮ ਰੂਪ ਤਲਵਾਰਾਂ ਮਾਨੋ ਛੋਟੀਆਂ ਮੱਛੀਆਂ ਦੇ ਸਰੀਰ ਹਨ। ਵੱਡੀਆਂ ਤੋਪਾਂ ਜਿਵੇਂ ਮੂੰਹ ਪਸਾਰ ਰਹੀਆਂ ਹੋਣ। ਅੱਧੀ ਸਤੂਜਾ ਮਤੰਗ ਤੁੰਗ ਸੈਲ ਹੈ ਸੋ ਪੰਖ ਰੰਗ। ਇਸ ਤਰ੍ਹਾਂ ਗੁਰੂ ਪਿਆਰਿਓ ਉਸੇ ਤਰ੍ਹਾਂ ਹੀ ਜਿਹੜੇ ਛੋਟੇ ਫੌਜੀ ਹਨ, ਛੋਟੇ ਸ਼ਸਤਰ ਫੜੇ ਹੋਏ, ਉਹ ਉਸ ਤਰ੍ਹਾਂ ਹਨ ਜਿਵੇਂ ਹਾਥੀ ਜਿਹੜੇ ਹਨ ਉਹ ਪਹਾੜਾਂ ਦੀਆਂ ਟੀਸੀਆਂ ਦੇ ਵਾਂਗੂ ਦਿਖਾਈ ਦਿੰਦੇ ਆ। ਢਾਲਾਂ ਮਾਨੋ ਕੱਛੂ ਕੁੰਮਿਆਂ ਦੇ ਰੂਪ ਹਨ। ਉਮਰ ਪੁਜੰਗ ਹੈ ਤੁਰੰਗ ਜੰਤ ਰੁਦਰ ਕੋ। ਔਰ ਜਿਹੜੇ ਇਹਨਾਂ ਫੌਜਾਂ ਦੇ ਹੱਥਾਂ ਵਿੱਚ ਭਾਲੇ ਨੇਜੇ ਫੜੇ ਹੈ ਮਾਨੋ ਸੱਪਾਂ ਦੀ ਨਿਆਈ ਲੱਗਦੇ ਹਨ। ਗੁਰੂ ਕੋ ਪਤ ਪਾਗੈ ਪਰਨ ਤਾਏ ਜੋਰ ਕਰ। ਔਰ ਇਹ ਸਾਰੇ ਮਾਨੋ ਜੀਵ ਜੰਤੂ ਇਕੱਠੇ ਹੋ ਕੇ ਅੱਜ
ਗੁਰੂ ਨੂੰ ਫੜਨ ਆਏ ਹਨ। चलियो दल आए कह दो जल है समुंदर को। ਤੋ ਇਹ ਲਸ਼ਕਰ ਭਾਈ ਸਾਹਿਬ ਜੀ ਇੱਕ ਸੀਨ ਬਣ ਰਿਹਾ ਹੈ ਕਿ ਇੰਨਾ ਲੰਮਾ ਚੌੜਾ ਹੈ ਜਿਵੇਂ ਕੋਈ ਸਮੁੰਦਰ ਟੁੱਟ ਕੇ ਉਹਦਾ ਪਾਣੀ ਫੈਲ ਗਿਆ ਹੋਵੇ। दीर्घतमा में सुन होता है गंभीरता में। ਤਾਂ ਵੱਡੇ ਵੱਡੇ ਦਮਾਮੇ ਜਦੋਂ ਵੱਜਦੇ ਹਨ ਤੇ ਉਹਨਾਂ ਦੀ ਆਵਾਜ਼ ਜਿਵੇਂ ਭੋਗ ਹੈ ਵਿਸਾਲ ਜਾਮੇ ਚਲਿਓ ਦਲ ਆਵਈ। ਔਰ ਜਿਸ ਤਰ੍ਹਾਂ ਵਿਸਾਲ ਵੱਡੀਆਂ ਆਵਾਜ਼ਾਂ ਉਹਨਾਂ ਨਗਾਰਿਆਂ ਦੀਆਂ ਨਿਕਲਦੀਆਂ ਹਨ ਜਿਵੇਂ ਬੱਦਲ ਗੜਕਦੇ ਹਨ। ਕਹਿ ਦੋ ਕਨਾ ਘਟਾ ਬਨ ਸ਼ਾਹੋ ਕੋ ਹੁਕਮ ਪਾਉਣਾ। ਹਾਂ, ਇਹਨਾਂ ਦੀਆਂ ਆਵਾਜ਼ਾਂ ਉਸੇ ਤਰ੍ਹਾਂ ਜਿਵੇਂ ਘਟਾਂ ਚੜ੍ਹ ਕੇ ਆਉਂਦੀਆਂ ਬੱਦਲ ਗਰਜਦੇ ਹਨ। ਇਹ ਸ਼ਾਹ ਦੇ ਹੁਕਮ ਪਾਉਣ ਦੇ ਪ੍ਰੇਰੇ ਹੋਏ। ਇਨ ਤਾਹੀ ਕੇ ਅਗੇਰੇ ਉਮਡਾਵਈ। ਔਰ ਜਿਵੇਂ ਕੋਈ ਹਵਾ ਬੱਦਲਾਂ ਨੂੰ ਉਡਾ ਕੇ ਲੈ ਕੇ ਜਾਂਦੀ ਆ, ਇਸੇ ਤਰ੍ਹਾਂ ਹੀ ਔਰੰਗਜ਼ੇਬ ਦੇ ਹੁਕਮ ਅੰਦਰ ਇਹ ਸਾਰੀਆਂ ਫੌਜਾਂ ਗੁਰੂ ਵੱਲ ਵਧ ਰਹੀਆਂ ਹਨ। ਤੋਪਨ ਆਵਾਜ਼ ਮਾਨੋ ਗਾਜ ਪਰੇ ਬਾਰ ਬਾਰ। ਕਹਿੰਦੇ ਤੋਪਾਂ ਦੀਆਂ ਆਵਾਜ਼ਾਂ ਮਾਨੋ ਜਿਵੇਂ ਬਿਜਲੀ ਡਿੱਗਦੀ ਹੈ। ਪਾਵਕ ਕਬਲੀ ਤੇ ਕੀ ਧੁਕਤ ਚਮਕਾਵੇ। ਇਸ ਤਰ੍ਹਾਂ ਗੁਰੂ ਪਿਆਰਿਓ ਅੱਗ ਦੇ ਪਲੀਤੇ ਧੁਖਦੇ ਹੋਏ ਦਿਖਾਈ ਦਿੰਦੇ ਹਨ ਜਿਵੇਂ ਬੱਦਲਾਂ ਵਿੱਚ ਬਿਜਲੀ ਚਮਕਦੀ ਹੈ। ਸੁੰਦਰ ਆਨੰਦਪੁਰ ਸੈਲ ਜੋ ਬਿਲੰਦ ਪਰ। ਇਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਆਸੇ-ਪਾਸੇ ਇਦਾਂ ਦਾ ਵਾਤਾਵਰਨ ਬਣ ਗਿਆ ਹੈ। ਗੋਰੀ ਗੋਰੇ ਔਰੇ ਕੋ ਚਾਹਤ ਬਰਖਾਵਈ। ਔਰ ਜਿਸ ਤਰ੍ਹਾਂ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਤੇ ਗੜੇ ਸਿੱਟਨੇ ਹੋਣ, ਗੋਲੀਆਂ ਗੋਲੇ ਲੈ ਕੇ ਪਹੁੰਚੇ ਹਨ ਦੋਹਰਾ। ਇਤ ਤੇ ਲਸ਼ਕਰ ਮੁੰਡ ਕੈ ਤੁਰਕਾਨੇ ਕੋ ਆਏ। ਇਹ ਤਾਂ ਗੁਰੂ ਪਿਆਰਿਓ ਤੁਰਕਾਂ ਦਾ ਲਸ਼ਕਰ ਉਮੜ ਕੇ ਆ ਰਿਹਾ ਹੈ। ਉਤ ਤੇ ਸ਼ਕਲ ਬਹਾਰੀ ਹੈ ਮਿਲ ਕੇ ਦਲ ਸਮੁਦਾਏ। ਦੂਜੇ ਪਾਸਿਓਂ ਪਹਾੜੀਏ ਆਪਣੀ ਫੌਜ ਨੂੰ ਇਕੱਠੀ ਕਰਕੇ ਲਿਆ ਰਹੇ ਹਨ। ਪਵਿੱਤ ਦਲ ਦਲੀਸ ਅਚਲੇਸ ਦੋ ਮਿਲ ਕੇ ਧਾਏ। ਇਸ ਤਰ੍ਹਾਂ ਦਲ ਦਿੱਲੀਏਸ਼ ਦਿੱਲੀ ਦੀਆਂ ਫੌਜਾਂ ਭਾਵ ਔਰੰਗਜ਼ੇਬ ਦੀਆਂ ਫੌਜਾਂ, ਲਾਹੌਰ ਸਰਹੰਦ ਦੀਆਂ ਫੌਜਾਂ ਤੇ ਅਚਲੇਸ਼ ਹੁੰਦਾ ਪਹਾੜੀ ਫੌਜਾਂ ਰਲ ਕੇ ਚੱਲ ਪਈਆਂ। ਗੁਰਬਾਸੀ ਧੌਂਸਾ ਕੀ ਤੁਕਾਰ ਉੱਠੇ ਘੋਰ ਘੋਰ। ਇਸ ਤਰ੍ਹਾਂ ਗੁਰੂ ਪਿਆਰਿਓ ਨਗਾਰੇ ਵਜਾਉਂਦੇ, ਢੋਲ ਵਜਾਉਂਦੇ, ਧੁਨਕਾਰਾਂ ਕਰਦੇ। ਬਾਂਦੇ ਬੜੇ ਠੱਟ ਘਟ ਘਟ ਕੇ ਸੋ ਘਟ ਜੁਟ। ਔਰ ਮਾਨੋ ਇਹ ਸਾਰੇ ਇਕੱਠੇ ਹੋ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲ ਇਉਂ ਆ ਰਹੇ ਹਨ ਭਿਆਨਕ ਰੂਪ ਧਾਰ ਕੇ ਜਿਵੇਂ ਲੋਹ ਕੀ ਚਮਕ ਛਟਾ ਛਬ ਭਾਤ ਕੋਰ ਕੋਰ। ਲੋਹੇ ਦੀ ਚਮਕ ਭਾਵ ਜਦੋਂ ਤਲਵਾਰ ਢਾਲ ਤੇ ਵੱਜਦੀ ਹੈ, ਤਲਵਾਰ ਤੇ ਵੱਜਦੀ ਹੈ ਤੇ ਉਹਦੇ ਵਿੱਚੋਂ ਫਿਰ ਬਿਜਲੀ ਚਮਕਦੀ ਹੈ। ਇਸ ਤਰ੍ਹਾਂ ਇਹ ਆ ਰਹੇ ਹਨ। ਓਰੇ ਪਰੇ ਓਰੇ ਤੁਮ ਅਦਕ ਅੰਧੇਰੋ ਧੂਲ। ਔਰ ਗੁਰੂ ਪਿਆਰਿਓ ਇਹਨਾਂ ਦੇ ਗੋਲੇ ਔਲਿਆਂ ਦੀ ਤਰ੍ਹਾਂ ਭਾਵ ਗੜਿਆਂ ਦੀ ਨਿਆਈ ਜਿਵੇਂ ਗੜੇ ਖੁਰ ਜਾਂਦੇ ਆ, ਇਹਨੇ ਕੋਈ ਇਹਨਾਂ ਦੇ ਜਿਹੜੇ ਸ਼ਾਸਤਰਾਂ ਦੇ ਗੋਲੀਆਂ ਹਨ ਉਹ ਲੈ ਕੇ ਆ ਰਹੇ ਹਨ। ਹਲਕੇ ਹਰੋਲ ਹਲਾ ਹਲੇ ਉੱਠੇ ਲੋਰ ਲੋਰ। ਇਸ ਤਰ੍ਹਾਂ ਗੁਰੂ ਪਿਆਰਿਓ ਇਹ ਚੱਲਦੇ ਹਨ ਤੇ ਗੁਰੂ ਸਾਹਿਬ ਦੇ ਵੱਲ ਹੱਲਾ ਕਰਦੇ ਹੋਏ ਅੱਗੇ ਵਧ ਰਹੇ ਹਨ। ਤੋਲੋ ਹੀ ਬਨਾਵ ਸ਼੍ਰੀ ਗੋਬਿੰਦ ਸਿੰਘ ਰਾਓ। ਇਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਤਿਆਰੀ ਕੀਤੀ ਹੈ, ਇਧਰ ਗੁਰੂ ਕੀਆਂ ਫੌਜਾਂ ਨੇ ਤੋਲੋ ਹੀ ਬਨਾਵ ਸ਼੍ਰੀ ਗੋਬਿੰਦ ਸਿੰਘ ਰਾਓ ਜੋ ਲਓ ਛੋਡੇ ਨਾ ਸਮੀਰ ਤੀਰ ਜਿਹੇ ਮਾਹੇ ਜੋਰ ਜਰ। ਇਹਨਾਂ ਦੇ ਬਨਾਵਟੀ ਚੱਕਰ ਉਦੋਂ ਤੱਕ ਹੀ ਦਿਖਾਈ ਦਿੰਦੇ ਆ ਜਿੰਨਾ ਚਿਰ ਗੁਰੂ ਕੀਆਂ ਫੌਜਾਂ ਬਾਹਰ ਨਹੀਂ ਆ ਜਾਂਦੀਆਂ। ਭਾਵ ਜਿੰਨਾ ਚਿਰ ਜੰਗ ਸ਼ੁਰੂ ਨਹੀਂ ਹੁੰਦਾ ਨਾ ਉਹਨਾਂ ਚਿਰ ਇਹ ਛਾਲਾਂ ਮਾਰਦੇ ਦਿਖਾਈ ਦਿੰਦੇ ਹੈ। ਤੇ ਜਦੋਂ ਗੁਰੂ ਕੀਆਂ ਫੌਜਾਂ ਬਾਹਰ ਨਿਕਲੀਆਂ ਤੇ ਇਹਨਾਂ ਦੇ ਗੋਲੇ ਜਿਹੜੇ ਆ ਬਰਫ਼ ਦੇ ਗੜਿਆਂ ਦੀ ਨਿਆਈ ਠੰਡੇ ਹੋ ਜਾਣੇ ਆ। ਰਾਜੇ ਕਨਰਾਨੇ ਰਾਗ ਮੀਏ ਜੇ ਹਜ਼ਾਰੋਂ ਨਾਵ। ਇਸ ਤਰ੍ਹਾਂ ਰਾਜੇ ਰਾਣੇ ਮੀਏ ਤੁਰਕਾਂ ਦੇ ਵਿੱਚ ਜਿਹੜੇ ਆਏ ਹਨ, ਜਰਨੈਲ ਹੈ ਕੋਈ, ਉਧਰੋਂ ਪਹਾੜੀਆਂ ਦੇ ਰਾਜੇ ਹਨ। ਆਏ ਚਿਤ ਜਾਬ ਕਰ ਹੀਰ ਤੁਰ ਕਾਨ ਕੋ। ਔਰ ਜਿਹੜੇ
ਗੁਰੂ ਪਿਆਰਿਓ ਪਹਾੜੀਏ ਨਾ, ਪਹਾੜੀਆਂ ਨੂੰ ਇੰਨਾ ਚਾਅ ਚੜਿਆ ਹੋਇਆ ਤੁਰਕਾਂ ਨੂੰ ਦੇਖ ਕੇ ਵੀ ਫੌਜ ਬਹੁਤ ਹੋ ਗਈ। ਗੁਰੂ ਗੋਬਿੰਦ ਸਿੰਘ ਅਨੰਦਪੁਰ ਦੇ ਕਿਲੇ ਦੇ ਵਿੱਚ ਬੈਠਾ, ਉਹਦੇ ਕੋਲ ਤਾਂ ਇੰਨੀ ਫੌਜ ਹੀ ਹੈ ਨਹੀਂ, ਤੇ ਤੁਰਕਾਂ ਦੀ ਕਿੰਨੀ ਫੌਜ ਆ ਗਈ ਆ। ਇਹਨਾਂ ਪਹਾੜੀਆਂ ਰਾਜਿਆਂ ਰਾਣੀਆਂ ਨੂੰ ਚਾਅ ਚੜ੍ਹ ਗਿਆ ਵੀ ਅਸੀਂ ਜਾਂਦਿਆਂ ਹੀ ਗੁਰੂ ਗੋਬਿੰਦ ਸਿੰਘ ਨੂੰ ਫੜ ਲੈਣਾ। ਜਿਸ ਤਰ੍ਹਾਂ 84 ਵਿੱਚ ਸਰਕਾਰ ਨੇ ਫੌਜ ਭੇਜੀ ਸੀ, ਅਤੇ ਉੱਥੋਂ ਇਹ ਸਾਰੇ ਗੁਰੂ ਪਿਆਰਿਓ ਜਿਹੜੇ ਜਰਨੈਲ ਸੀ ਇਹਨਾਂ ਦੇ, ਇਹ ਕਹਿ ਕੇ ਆਏ ਸੀ ਗੱਲ ਹੀ ਕੋਈ ਨਹੀਂ, ਹਰਿਮੰਦਰ ਸਾਹਿਬ ਕਿੰਨਾ ਕੁ ਏਰੀਆ ਹੈ ਅੰਮ੍ਰਿਤਸਰ ਦਾ, ਅਸੀਂ ਜਾਂਦਿਆਂ ਹੀ ਜਰਨੈਲ ਸਿੰਘ ਨੂੰ ਬਾਂਹ ਤੋਂ ਫੜ ਕੇ ਜਿਉਂਦਾ ਹੀ ਲਿਆਵਾਂਗੇ। ਕਹੋ ਸਤਿਨਾਮ। ਪਰ ਉਦੋਂ ਹੈਰਾਨ ਹੋ ਗਏ ਜਦੋਂ ਉਹਨਾਂ ਨੇ ਜੰਗ ਸ਼ੁਰੂ ਕੀਤੀ ਤੇ 4 ਦਿਨ ਉਹ ਐਂਟਰ ਨਹੀਂ ਕਰ ਸਕੇ ਅੰਦਰ। ਕਹੋ ਸਤਿਨਾਮ। ਐਂਟਰ ਨਹੀਂ ਕਰ ਸਕੇ। ਐਸੀ ਵਿਉਂਤਬੰਦੀ ਜਨਰਲ ਸ਼ੁਭੇਗ ਸਿੰਘ ਨੇ ਤਿਆਰ ਕੀਤੀ, ਸੰਤ ਜਰਨੈਲ ਸਿੰਘ ਹੋਰਾਂ ਨੇ ਤਿਆਰ ਕਰਵਾਈ। ਉਹ ਹੈਰਾਨ ਹੋ ਗਏ ਵੀ ਇੰਨਾ ਚਿਰ ਤਾਂ ਅਸੀਂ ਕਿਤੇ ਪਾਕਿਸਤਾਨ ਨਾਲ ਜੰਗ ਕਰੀਏ, ਕਿਸੇ ਚੀਨ ਨਾਲ ਕਰੀਏ, ਅਤੇ ਉੱਥੇ ਇੰਨਾ ਟਾਈਮ ਨਹੀਂ ਲੱਗਦਾ। ਇਹ ਸਿੰਘਾਂ ਦੇ ਕੋਲੇ ਇੰਨਾ ਕਿਹੋ ਜਿਹਾ ਤਜਰਬਾ ਹੈ। ਅਸਲ ਵਿੱਚ ਜੋ ਉਹਨਾਂ ਕੋਲ ਜਨਰਲ ਸੰਤ ਸ਼ੁਭੇਗ ਸਿੰਘ ਵਰਗੇ, ਜਿਨ੍ਹਾਂ ਨੂੰ ਗੁਰੂ ਪਿਆਰਿਓ ਭਾਰਤੀ ਸਰਕਾਰ ਨੇ ਬੇਅਦਬ ਕਰਕੇ ਕੱਢਿਆ ਸੀਗਾ, ਹਟਾਤਾ ਸੀਗਾ, ਅਤੇ ਉਹ ਜਨਰਲ ਸ਼ੁਭੇਗ ਸਿੰਘ ਫਿਰ ਸੰਤ ਜਰਨੈਲ ਸਿੰਘ ਜੀ ਨਾਲ ਰਲ ਗਏ ਸੀ। ਐਸੀ ਵਿਉਂਤਬੰਦੀ ਸੀ, ਜਦੋਂ ਹੀ ਉਹ ਅੰਦਰ ਵੜਨ ਲੱਗਦੇ ਅਤੇ ਪ੍ਰਕਰਮਾਂ ਦੇ ਵਿੱਚ ਉਹਨਾਂ ਦੇ ਗਿੱਟਿਆਂ ਦੇ ਵਿੱਚ ਗੋਲੀਆਂ ਵੱਜਣ ਲੱਗੀਆਂ। ਉਹ ਹੈਰਾਨ ਹੈ ਵੀ ਥੱਲੇ ਧਰਤੀ 'ਚੋਂ ਗੋਲੀਆਂ ਕਿੱਥੋਂ ਨਿਕਲਣ ਲੱਗੀਆਂ। ਇਹ ਵਿਉਂਤਬੰਦੀ ਸੀ ਜਨਰਲ ਸਾਹਿਬ ਦੀ। ਖੈਰ, ਇਸ ਤਰ੍ਹਾਂ ਇਹਨਾਂ ਨੂੰ ਬੜਾ ਚਾਅ ਚੜ੍ਹਿਆ ਹੋਇਆ ਬਈ ਇੰਨਾ ਲਸ਼ਕਰ, ਜਦੋਂ ਅਸੀਂ ਅਨੰਦਪੁਰ 'ਚ ਵੜ ਗਏ ਅਤੇ ਗੁਰੂ ਗੋਬਿੰਦ ਸਿੰਘ ਨੂੰ ਖਣਿਆਈ ਫੜ ਲਿਆਵਾਂਗੇ ਬਾਂਹ ਤੋਂ, ਅਤੇ ਅਗਲਾ ਵੀ ਕਿਹੜਾ ਚੂੜੀਆਂ ਪਾ ਕੇ ਬੈਠਾ ਹੈਗਾ, ਅਗਲਾ ਵੀ ਦੋ ਹੱਥ ਕਰੇਗਾ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਚਾਅ ਚੜ੍ਹਿਆ ਹੋਇਆ ਹੈ। ਇਹ ਵੇਖ ਰਹੇ ਆ ਕਿ ਦਿੱਲੀ ਵਾਲੇ ਰਾਜੇ ਨੇ ਬਹੁਤ ਫੌਜ ਭੇਜ ਦਿੱਤੀ ਆ। ਅਤੇ ਗੁੱਜਰਾਂ ਦੇ ਵਿੱਚ, ਰੰਗੜਾਂ ਦੇ ਵਿੱਚ ਬੜਾ ਹੰਕਾਰ ਹੈ। ਔਰ 22 ਧਾਰ ਦੇ ਭਾਵ ਸਾਰੇ ਪਹਾੜੀ ਇਲਾਕਿਆਂ ਦੀਆਂ ਫੌਜਾਂ ਇਕੱਠੀਆਂ ਕਰ ਲਈਆਂ, ਪਿੰਡਾਂ ਦੀ ਛੇੜ ਇਕੱਠੀ ਕਰ ਲਈ, ਨੌਜਵਾਨ ਇਕੱਠੇ ਕਰ ਲਏ, ਪਿੰਡਾਂ ਦੇ ਅਣਸਿੱਖੇ ਹੋਏ। ਸਾਜਦ ਪਠਾਨ ਸ਼ੇਖ ਮੁਗਲ ਵਿਸ਼ੇਸ਼ ਕਰਕੇ ਕਾਬਲ ਦੀਆਂ ਫੌਜਾਂ, ਕੰਧਾਰ ਦੀਆਂ ਫੌਜਾਂ, ਇਹ ਮਲੇਸ਼ ਸਾਰੇ ਇਕੱਠੇ ਹੋ ਕੇ ਆ ਰਹੇ ਹਨ। ਅਤੇ ਇਸ ਤਰ੍ਹਾਂ ਦੌਦ ਜਈ ਰੋਹੇਲੇ, ਇਹ ਸਾਰੇ ਗੁਰੂ ਪਿਆਰਿਓ ਪਹਾੜੀ ਇਲਾਕਿਆਂ ਦੀਆਂ ਫੌਜਾਂ, ਮੁਸਲਮਾਨਾਂ ਦੀਆਂ ਫੌਜਾਂ, ਸਾਰਿਆਂ ਦੀ ਗਿਣਤੀ ਭਾਈ ਸਾਹਿਬ ਜੀ ਨੇ ਦੱਸਣੀ ਕੀਤੀ ਹੈ। ਇਸ ਤਰ੍ਹਾਂ ਫਰੀਦੀ ਇਹ ਸਾਰੇ ਆਪਣੇ ਘੋੜਿਆਂ ਨੂੰ ਭਜਾਉਂਦੇ ਹੋਏ ਅਨੰਦਪੁਰ ਸਾਹਿਬ ਦੇ ਵੱਲ ਬੜੇ ਚਾਅ ਨਾਲ ਵੱਧ ਰਹੇ ਹੈ। ਇਹਨਾਂ ਨੂੰ ਆਪਣੀ ਗਿਣਤੀ 'ਤੇ ਮਾਣ ਹੈ, ਅਤੇ ਪਰ ਗੁਰੂ ਸਾਹਿਬ ਨੂੰ ਆਪਣੇ ਸਿੰਘਾਂ 'ਤੇ ਮਾਣ ਹੈ। ਇੱਥੇ ਗਿਣਤੀ ਦੀ ਕੋਈ ਗੱਲ ਨਹੀਂ ਹੈ। ਕੋਈ ਸਤਿਨਾਮ। ਇਹਨਾਂ ਨੂੰ ਗਿਣਤੀ 'ਤੇ ਹੰਕਾਰ ਹੈ ਵੀ ਅਸੀਂ ਨਾ ਕਿੰਨੀ ਗਿਣਤੀ ਹੋ ਗਈ, ਲੱਖਾਂ ਦੀ ਗਿਣਤੀ 'ਚ ਫੌਜ, ਵਜੀਦੇ ਦੀ ਫੌਜ ਔਰ ਲਾਹੌਰ ਦੀ ਫੌਜ, ਅਤੇ ਸਾਡੇ ਸਾਰੇ ਪਹਾੜੀ ਰਾਜੇ, ਸਾਡੇ ਸਾਰੇ ਪਹਾੜੀ ਫੌਜਾਂ। ਇਸ ਤਰ੍ਹਾਂ ਇਹਨਾਂ ਨੂੰ ਬੜਾ ਹੰਕਾਰ ਹੋ ਗਿਆ ਵੀ ਅਸੀਂ ਸ਼ਾਇਦ ਜਾਂਦਿਆਂ ਹੀ ਉਹਨਾਂ ਨੂੰ ਫੜ ਲਵਾਂਗੇ। ਔਰ ਪਰ ਦਿਲ ਕਿੱਥੋਂ ਲਿਆਉਣ, ਆ ਤਾਂ ਗਏ ਇਕੱਠੇ ਹੋ ਕੇ, ਪਰ ਡਰਦੇ ਡਰਦੇ ਤੰਬੂ ਥੋੜੇ ਅਨੰਦਪੁਰ ਸਾਹਿਬ ਤੋਂ ਦੂਰ ਦੂਰ ਹੀ ਲਾਏ ਨੇ ਇਹਨਾਂ ਨੇ। ਮਾਨੋ ਜਰਾਸੰਧ ਸ਼੍ਰੀ ਗੋਬਿੰਦ ਪਰ ਆਇਓ ਹੈ। ਔਰ ਇੱਦਾਂ ਦੀ ਲਸ਼ਕਰ ਲੈ ਕੇ ਆਏ ਨੇ ਰਾਜੇ ਪਹਾੜੀਏ ਤੇ ਤੁਰਕ ਰਾਜੇ, ਜਿਵੇਂ ਜਰਾਸੰਧ ਕ੍ਰਿਸ਼ਨ ਤੇ ਚੜ੍ਹ ਕੇ ਆਇਆ ਸੀਗਾ। ਜਰਾਸੰਧ ਰਾਜਾ ਇੱਕ ਇਹੋ ਜਿਹਾ ਰਾਜਾ ਸੀਗਾ ਜਿਸ ਨੇ ਗੁਰੂ ਪਿਆਰਿਓ ਆਪਣੇ ਰਾਜ ਵਿੱਚ ਬੜੀ ਤਰਥੱਲੀ ਮਚਾਈ ਹੋਈ ਸੀ, ਔਰ ਬੇਅੰਤ ਇਸਤਰੀਆਂ ਨੂੰ ਇਹਨੇ ਕੈਦ ਕੀਤਾ ਹੋਇਆ। ਜਿਹੜੀਆਂ 16,000 ਰਾਣੀਆਂ ਕ੍ਰਿਸ਼ਨ ਜੇ ਰੱਖੀਆਂ ਦੱਸਦੇ ਹੋ ਨਾ, ਉਹ 16,000 ਇਸਤਰੀਆਂ ਜਰਾਸੰਧ ਦੀ ਕੈਦ 'ਚੋਂ ਛੁਡਾਈਆਂ ਸੀ। ਕੋ ਸਤਿਨਾਮ। ਔਰ ਉਹਨਾਂ ਲੜਕੀਆਂ ਨੂੰ ਛੁਡਾ ਕਰਕੇ ਅਤੇ ਫਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਘਰਾਂ ਵਾਲੇ ਸੀ ਉਹਨਾਂ ਨੇ ਵੀ ਪ੍ਰਵਾਨ ਨਹੀਂ ਕੀਤਾ। ਮੁੜ ਕੇ ਫਿਰ ਉਹ ਕ੍ਰਿਸ਼ਨ ਜੀ ਦੇ ਹੀ ਕੋਲ ਸੰਗਤ ਬਣ ਕੇ ਰਹੀਆਂ ਉਹਨਾਂ ਦੀ,
ਤੋ ਇਸ ਤਰ੍ਹਾਂ ਜਰਾਸੰਧ ਨੂੰ ਜਦੋਂ ਜੰਗ ਹੋਇਆ, ਭੀਮ ਚੰਦ ਵਰਗਿਆਂ ਨੂੰ ਨਾਲ ਲੈ ਕੇ ਕ੍ਰਿਸ਼ਨ ਜੀ ਨੇ ਜੰਗ ਕਰਾਇਆ ਜਰਾਸੰਧ ਨੂੰ ਮਾਰਨ ਵਾਸਤੇ, ਕਿਉਂਕਿ ਬੜਾ ਭਿਆਨਕ ਰਾਜਾ ਸੀ ਇਹ, ਦੁਖਦਾਈ ਰਾਜਾ ਸੀ ਔਰ ਕਿਸੇ ਤੋਂ ਮਰਦਾ ਵੀ ਨਹੀਂ ਸੀ। ਭੀਮ ਚੰਦ ਦੇ ਨਾਲ ਇਹਦਾ ਜੰਗ ਹੋਇਆ ਤੇ ਭੀਮ ਚੰਦ ਨੇ ਉਹਨੂੰ ਕਾਫੀ ਕੁੱਟਿਆ, ਮਰਿਆ ਨਾ। ਕ੍ਰਿਸ਼ਨ ਨੂੰ ਇਹਦੀ ਸਟੋਰੀ ਦਾ ਪਤਾ ਸੀ ਵੀ ਮਰੂ ਕਿਵੇਂ, ਜਿਵੇਂ ਇਹਦਾ ਜਨਮ ਹੋਇਆ ਉਵੇਂ ਹੀ ਮਰੂਗਾ। ਜਨਮ ਇਹਦਾ ਕਿਵੇਂ ਹੋਇਆ ਸੀਗਾ ਦੱਸਦੇ ਆ, ਜਿਹੜਾ ਜਰਾਸੰਧ ਦਾ ਬਾਪ ਸੀਗਾ ਇਹਦੇ 2 ਰਾਣੀਆਂ ਸੀਗੀਆਂ ਤੇ ਇਹਨਾਂ ਦੇ ਬੱਚਾ ਨਾ ਹੋਇਆ ਕਾਫੀ ਸਮਾਂ, ਤੇ ਇਹ ਕਿਸੇ ਰਿਸ਼ੀ ਕੋਲੇ ਗਿਆ ਤੇ ਰਿਸ਼ੀ ਨੇ ਇਸ ਨੂੰ ਇੱਕ ਫਲ ਦਿੱਤਾ, ਕਹਿੰਦੀ ਵੀ ਇਹ ਫਲ ਆਪਣੀ ਰਾਣੀ ਨੂੰ ਦੇ ਦੀ ਤੇ ਬੱਚਾ ਹੋ ਜਾਊਗਾ। ਹੁਣ ਦੋਨਾਂ ਰਾਣੀਆਂ ਨੂੰ ਇਹ ਪਿਆਰ ਕਰਦਾ ਤੇ ਜੇ ਇੱਕ ਨੂੰ ਦਿੰਦਾ ਦੂਜੀ ਗੁੱਸੇ ਹੁੰਦੀ ਆ, ਇਸ ਕਰਕੇ ਇਹਨੇ ਘਰੇ ਆ ਕੇ ਉਹ ਫਲ ਦੇ 2 ਟੋਟੇ ਕਰ ਲਏ, ਵਿਚਾਲਿਓਂ ਚੀਰ ਕੇ, ਅੱਧਾ ਉਹਨੂੰ ਖਵਾਤਾ ਅੱਧਾ ਉਹਨੂੰ ਖਵਾਤਾ। ਸਮਾਂ ਆਉਣ ਤੇ ਦੋਨਾਂ ਦੇ ਅੱਗੇ ਜਾ ਕੇ ਬੱਚਾ ਹੋਇਆ, ਪਰ ਜਦ ਬੱਚਿਆਂ ਦਾ ਜਨਮ ਹੋਇਆ ਦੋਨੇ ਹੀ ਅੱਧੇ ਅੱਧੇ, ਜਿਵੇਂ ਬੰਦੇ ਨੂੰ ਵਿਚਾਲਿਓਂ ਚੀਰ ਦਈਏ, ਕਹੋ ਸਤਨਾਮ। ਦੋਨੇ ਬੱਚੇ ਕਹਿੰਦੇ ਅੱਧੇ ਅੱਧੇ। ਉਹ ਕਹਿੰਦੇ ਵੀ ਆਹ ਕੀ ਗੱਲ ਹੈ, ਕਿਹੋ ਜਿਹੇ ਬੱਚੇ ਆ, ਤਾਂ ਅਧੂਰੇ ਆ। ਉਹ ਜਿਹੜੀਆਂ ਦਾਈਆਂ ਸੀ ਮੌਕੇ ਦੀਆਂ, ਇੱਕ ਦਾਈ ਨੂੰ ਕਹਿੰਦੇ ਵੀ ਜਾਓ ਇਹਨਾਂ ਨੂੰ ਜੰਗਲ ਸਿੱਟਿਆ ਹੋਏ, ਤਾਂ ਕਿਸੇ ਕੰਮ ਦੇ ਨਹੀਂ, ਦੋਨੇ ਬੱਚੇ ਹੀ ਅਧੂਰੇ ਆ। ਤੇ ਕਹਿੰਦੇ ਉਹ ਦਾਈਆਂ ਜਿਹੜੀਆਂ ਸਨ ਉਹਨਾਂ ਨੂੰ ਲੈ ਕੇ ਦੋਨਾਂ ਬੱਚਿਆਂ ਨੂੰ ਕੱਪੜੇ ਲਪੇਟ ਕੇ ਤੇ ਜੰਗਲ ਵਿੱਚ ਜਿਉਂਦੇ ਸਿੱਟੇ ਆਈਆਂ। ਉੱਥੇ ਇੱਕ ਦੈਂਤਨੀ ਆਈ, ਕੋਈ ਕਹਿੰਦੇ ਜੰਗਲ ਦੀ ਇਸਤਰੀ ਜਿਹੜੀ ਮਾਸ ਖਾਣੀ ਸੀ, ਉਸ ਨੇ ਵੇਖਿਆ ਵੀ ਇਹ ਮਾਸ ਪਿਆ, ਬੱਚੇ ਪਏ ਆ। ਉਹ ਹੈਰਾਨ ਜੀ ਹੋ ਕੇ ਦੇਖਦੀ ਰਹੀ ਵੀ ਇਹ ਕੱਟੇ ਜੇ ਕਿਵੇਂ ਆ, ਚੀਰੇ ਜੇ ਕਿਵੇਂ ਆ। ਉਹਨੇ ਵੇਖਦੀ ਨੇ ਦੋਨਾਂ ਨੂੰ ਐਂ ਜੋੜ ਕੇ ਧਰ ਲਿਆ ਤੇ ਉਹ ਤੁਰੰਤ ਹੀ ਬੱਚਾ ਪੂਰਾ ਹੋ ਗਿਆ। ਕੋਈ ਸਤਨਾਮ। ਕਿਉਂਕਿ ਸਾਧ ਜੇ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਸਾਧ ਦਾ ਬਚਨ ਸੀਗਾ, ਬੱਚਾ ਤਾਂ ਹੋਣਾ ਹੀ ਸੀਗਾ, ਪਰ ਉਹਨਾਂ ਨੇ ਜੋੜ ਕੇ ਨਹੀਂ ਦੇਖਿਆ। ਜਦੋਂ ਜੋੜਿਆ ਤੇ ਉਹ ਜਰਾਸੰਧ, ਸੰਧ ਹੁੰਦਾ ਮਿਲਾਉਣਾ, ਜਰਾ ਹੁੰਦਾ ਹੈਗਾ ਤੋਪੇ ਲਾ ਦੇਣਾ, ਭਾਵ ਉਸ ਦੈਂਤਨੀ ਨੇ ਉਹ ਬੱਚੇ ਨੂੰ ਜੋੜਿਆ ਤੇ ਉਹ ਸਹੀ ਹੋ ਗਿਆ, ਪਰ ਉਹ ਪਲਿਆ ਉਸੇ ਦੇ ਕੋਲ। ਇਸ ਕਰਕੇ ਇਹ ਦੈਂਤਾਂ ਵਾਲੀ ਬਿਰਤੀ ਵਾਲਾ ਜਰਾਸੰਧ ਰਾਜਾ ਹੋਇਆ। ਬੇਅੰਤ ਇਸਤਰੀਆਂ ਇਹਨੇ ਕੈਦ ਕੀਤੀਆਂ, ਮਨੁੱਖਾਂ ਨੂੰ ਕੈਦ ਕੀਤਾ ਤੇ ਫਿਰ ਇਸ ਨੂੰ ਮਾਰਨਾ ਜ਼ਰੂਰੀ ਹੋ ਗਿਆ। ਕ੍ਰਿਸ਼ਨ ਨੇ ਫਿਰ ਭੀਮ ਚੰਦ ਕੋਲੋਂ ਇਹਨੂੰ ਮਰਵਾਇਆ, ਦੱਸਿਆ ਵੀ ਕਿਵੇਂ ਮਰੂਗਾ। ਉਹਨੇ ਉੱਥੋਂ ਇੱਕ ਡੱਕਾ ਚੱਕਿਆ, ਜਿਹਨੂੰ ਆਪਾਂ ਜਿਵੇਂ ਦਾਤਨ ਪਾੜ ਦਿੰਦੇ ਆਏ, ਉਹਨੇ ਐਂ ਡੱਕਾ ਪਾੜ ਕੇ ਤੇ ਕਹਿੰਦਾ ਵੀ ਐਂ ਸਿੱਟ ਦੇ। ਕਹਿੰਦੇ ਭੀਮ ਚੰਦ ਨੇ ਲਾਤੇ ਲੱਤ ਧਰ ਕੇ ਦੂਜੀ ਲੱਤ ਖਿੱਚੀ, ਉਹਦੇ ਟੋਟੇ ਕਰਕੇ ਸਿੱਟ ਦਿੱਤੇ, ਪਰ ਤੁਰੰਤ ਹੀ ਕਹਿੰਦੇ ਉਹ ਬੱਚਾ ਫਿਰ ਜੁੜ ਗਿਆ। ਉਹ ਹੁਣ ਤਾਂ ਉਹ ਵੱਡਾ ਹੋਇਆ ਵਾ, ਫਿਰ ਜੁੜ ਗਏ ਦੋਵੇਂ ਟੋਟੇ, ਉਹ ਮਰੇ ਨਾ। ਅਖੀਰ ਕ੍ਰਿਸ਼ਨ ਨੇ ਸਮਝਾਇਆ ਵੀ ਇੱਧਰਲਾ ਇੱਧਰ ਸਿੱਟ ਤੇ ਇੱਧਰਲਾ ਇੱਧਰ ਸਿੱਟ, ਫਿਰ ਮਰੂਗਾ। ਫਿਰ 2 ਟੋਟੇ ਕਰਕੇ ਇੱਧਰਲਾ ਇੱਧਰ ਵਗਾਇਆ ਤੇ ਇੱਧਰਲਾ ਇੱਧਰ ਵਗਾਇਆ, ਫਿਰ ਉਹ ਜਰਾਸੰਧ ਖਤਮ ਹੋਇਆ ਤੇ ਉਹਦੀ ਕੈਦ ਵਿੱਚੋਂ ਹਜ਼ਾਰਾਂ ਹੀ ਲੋਕਾਂ ਦਾ ਉਧਾਰ ਕੀਤਾ, ਉਹਨਾਂ ਨੂੰ ਛਡਾਉਣਾ ਕੀਤਾ। ਇਹ ਉਹ ਜਰਾਸੰਧ ਜਿਵੇਂ ਕਮਾਨੋਂ ਕ੍ਰਿਸ਼ਨ 'ਤੇ ਚੜ੍ਹ ਕੇ ਆਇਆ, ਇਸੇ ਤਰ੍ਹਾਂ ਹੀ ਭੀਮ ਚੰਦ ਵਰਗੇ ਜਰਾਸੰਧ ਵਰਗੇ ਰਾਜੇ, ਪਹਾੜੀਏ ਤੇ ਵਜੀਦੇ ਵਰਗੇ, ਵਜੀਦੇ ਦੀ ਵੀ ਮੌਤ ਇੱਦਾਂ ਹੀ ਹੋਈ। ਫਿਰ ਬੰਦਾ ਸਿੰਘ ਬਹਾਦਰ ਨੇ ਨਾ ਉਹਨੂੰ ਸਜ਼ਾ ਦਿੰਦੇ ਹੋਏ ਗੁਰੂ ਪਿਆਰੋ ਸਰਹੰਦ ਵਿੱਚੋਂ ਹਾਥੀ ਦੇ ਘੋੜਿਆਂ ਦੇ ਮਗਰ ਬੰਨ੍ਹ ਕੇ ਘੜੀਸਿਆ, ਉਹਦੀ ਇੱਦਾਂ ਮੌਤ ਕੀਤੀ। ਫਿਰ ਉਹਦਾ ਵੀ ਹਾਲਤ ਐਸੀ ਹੋਣੀ ਸੀ। ਖੈਰ ਭਾਈ ਸਾਹਿਬ ਲਿਖਦੇ ਆ, ਕਹਿੰਦੇ ਜਿਵੇਂ ਜਰਾਸੰਧ ਕ੍ਰਿਸ਼ਨ 'ਤੇ ਚੜ੍ਹ ਕੇ ਆਇਆ ਸੀ, ਮਾਨੋ ਇਹ ਤੁਰਕ ਤੇ ਪਹਾੜੀਏ ਇੱਦਾਂ ਆਏ ਹਨ। ਚਾਰੋਂ ਔਰ ਜਲ ਸਮ ਫੈਲਿਓ ਦਲ ਸਿੰਧ ਵੱਡੋ। ਇਉਂ ਆਨੰਦਪੁਰ ਸਾਹਿਬ ਜੀ ਦੇ 4 ਸਪੇਰੇ ਇਉਂ ਫੌਜ ਫੈਲ ਗਈ ਹੈ ਜਿਵੇਂ ਸਮੁੰਦਰ ਦਾ ਪਾਣੀ ਫੈਲਿਆ ਹੋਵੇ। ਮਾਨੋ ਆਨੰਦਪੁਰ ਟਾਪੂ ਦਰਸਾਇਓ ਹੈ। ਤੇ ਆਨੰਦਪੁਰ ਫੌਜ ਦੇ ਵਿਚਾਲੇ ਇਉਂ ਲੱਗਦਾ ਜਿਵੇਂ ਸਮੁੰਦਰ ਦੇ ਵਿਚਾਲੇ ਵਸੋਂ ਹੁੰਦੀ ਹੈ, ਟਾਪੂ ਹੁੰਦਾ। ਜਿਵੇਂ ਆ ਸਾਰੇ ਟਾਪੂ ਹੈ, ਅਫਰੀਕਾ ਹੋਇਆ, ਅਮਰੀਕਾ ਹੋਇਆ, ਇਹਨਾਂ ਦੇ 4 ਸਪੇਰੇ ਪਾਣੀ ਆ, ਇਹਨੂੰ ਟਾਪੂ ਕਹਿੰਦੇ ਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਆਨੰਦਪੁਰ ਫੌਜ ਦੇ ਵਿਚਾਲੇ ਐਂ ਲੱਗਦਾ ਜਿਵੇਂ ਟਾਪੂ ਹੋਵੇ। ਲੜਪੇ ਕੋ ਟੋਕੇ ਜਬ ਹੀਰੇ ਸਭ ਸਿੰਘ ਤਬ। ਜਦੋਂ ਇਹ ਸਾਰੀ ਫੌਜ ਆ ਕੇ ਆਨੰਦਪੁਰ ਦੇ ਆਸੇ-ਪਾਸੇ ਬੈਠ ਗਈ ਤੇ ਗੁਰੂ ਕੀਆਂ ਫੌਜਾਂ ਕਿਲੇ ਵਿੱਚੋਂ ਬੈਠੀਆਂ ਦੇਖਦੀਆਂ ਹਨ। ਜਵਾਲਾ ਬਨ ਹੱਥ ਧਰੇ ਚਾਹਤ ਚਲਾਇਓ ਹੈ। ਔਰ ਸਿੰਘਾਂ ਦੇ ਹੱਥ ਵਿੱਚ ਬੰਦੂਕਾਂ ਤਿਆਰ ਹੈ, ਜਵਾਲਾ ਬੰਮਣੀ ਬੰਦੂਕਾਂ ਤਿਆਰ ਪਰ ਤਿਆਰ ਹਨ।
ਚਲਾਉਣ ਦੀ ਆਗਿਆ ਲੈਣੀ ਆ। ਸੁਤਰੀ ਨਗਾਰੇ ਪਰ ਮਾਰੇ ਚੋਬ ਨਾਦ ਭਾਰੇ। ਇਸ ਤਰ੍ਹਾਂ ਗੁਰੂ ਪਿਆਰਿਓ ਸਿੰਘ ਆਨੰਦਪੁਰ ਦਾ ਕਿਲਾ ਉੱਚਾ ਹੈ, 4 ਛਪੇਰੇ ਨੀਵੇਂ ਥਾਵਾਂ ਤੇ ਫੌਜਾਂ ਉਤਰੀਆਂ ਹਨ। ਔਰ ਗੁਰੂ ਪਿਆਰਿਓ ਛੁਤਰੀ ਨਗਾਰੇ, ਛੁਤਰੀ ਕਹਿੰਦੇ ਆ ਊਠਣੀ ਨੂੰ, ਉਠਣੀ ਉੱਤੇ ਬੰਨੇ ਹੋਏ ਨਗਾਰੇ ਫੌਜਾਂ ਵਜਾ ਰਹੀਆਂ ਹਨ। ਸੂਬੇ ਤੇ ਨਿਹਾਰੇ ਗੁਰੂ ਤਰਾਸ ਨਹਿ ਪਾਇਓ ਹੈ। ਔਰ ਇਹ 2 ਸੂਬੇਦਾਰ ਵੱਡੇ ਤੇ ਇਹਨਾਂ ਦੀਆਂ ਫੌਜਾਂ ਨੂੰ ਦੇਖ ਕੇ ਗੁਰੂ ਡਰਦਾ ਨਹੀਂ ਹੈ, ਡਰਨ ਵਾਲਾ ਨਹੀਂ। ਗੁਰੂ ਕੀਆਂ ਫੌਜਾਂ ਡਰਨ ਵਾਲੀਆਂ ਨਹੀਂ। ਸ੍ਰੀ ਆਨੰਦਪੁਰ ਕੇ ਬਿਲੰਦ ਤੇਰੇ ਦੂਰ ਦੂਰ। ਆਨੰਦਪੁਰ ਸਾਹਿਬ ਦੇ ਦੂਰ ਦੂਰ ਤੱਕ ਇਹਨਾਂ ਨੇ ਘੇਰਾ ਪਾਇਆ। ਬਿਰੰਦ ਹੋਏ ਖਾਲਸਾ ਆਨੰਦ ਉਤਸਾਹ। ਔਰ ਖਾਲਸਾ ਜੀ ਖੁਸ਼ ਹੋ ਰਹੇ ਹਨ। ਵੇਖੋ ਕਿੰਨੇ ਸਾਰੇ ਇਹ ਵੱਢਣ ਵਾਸਤੇ ਆਏ ਐ, ਕਾਲ ਪ੍ਰੇਰ ਕੇ ਲਿਆਇਆ। ਇਹਨਾਂ ਸਾਰਿਆਂ ਦੀ ਮੌਤ ਹੈ ਤੇ ਸਾਨੂੰ ਵੱਢਣ ਦਾ ਹੁਕਮ ਲਾਇਆ। ਇਹਨਾਂ ਨੂੰ ਹੁਣ ਵੱਢਾਂਗੇ। ਪੂਰਨ ਕੇ ਲਾਲੀ ਮੁਖ ਅਦਕ ਬਹਾਲੀ ਪਏ। ਇਸ ਤਰ੍ਹਾਂ ਯੋਧਿਆਂ ਦੇ ਚਿਹਰਿਆਂ ਤੇ ਲਾਲੀ ਆ ਗਈ ਆ ਇਹਨਾਂ ਦੁਸ਼ਟਾਂ ਨੂੰ ਦੇਖ ਕੇ। ਧੀਰਜ ਬਿਸਾਲੀ ਨੇ ਹਾਲੀ ਗੁਰ ਪਾਤੇ। ਹਜੇ ਗੁਰੂ ਕਾ ਹੁਕਮ ਨਹੀਂ ਹੋਇਆ, ਇਸ ਕਰਕੇ ਖਾਲਸਾ ਕਿਲੇ ਦੀਆਂ ਕੰਧਾਂ ਤੋਂ ਖੜਾ ਦੇਖਦਾ ਰਿਹਾ, ਪਰ ਹਜੇ ਧੀਰਜ ਵਿੱਚ ਹਨ। ਪਰੁਨ ਕੋ ਭਇਓ ਪੈ ਛਾਤੀ ਤਰਕਾਤ ਬਹੁ। ਭੀੜਨ ਕਹਿ ਭਇਓ ਭੈ, ਤੇ ਥੱਲੇ ਜਿਹੜੀ ਭੀੜ ਬਣਾਈ ਐ ਇਹ ਡਰ ਵੀ ਰਹੇ ਨਾ। ਇਹਨਾਂ ਦੀਆਂ ਛਾਤੀਆਂ ਧੜਕਦੀਆਂ। ਕਾਂਪਰੇ ਹੋ ਗਾਤ ਜਨ ਮਿੱਤਰੂ ਲੀਨ ਗ੍ਰਾਹ ਤੇ। ਔਰ ਇਹ ਥੱਲੇ ਕੰਬ ਵੀ ਰਹੇ ਹਨ, ਜਿਵੇਂ ਕਹਿੰਦੇ ਮਿਰਤੂ ਇਹਨਾਂ ਨੂੰ ਖਾਣ ਵਾਸਤੇ ਆ ਰਹੀ ਹੈ। ਦੂਜਨ ਕੋ ਕਿਓ ਨੇਰ ਚਾਹੇ ਪਟ ਭੇਰ ਭੂਰ। ਭਾਵੇਂ ਕਿ ਲੜਨ ਵਾਸਤੇ ਆ ਰਹੇ ਨੇ। ਆਗੇ ਹੋਏ ਗਰੂਰ ਸੂਰ ਮਾਰਨ ਕੋ ਚਾਹਤੇ। ਇਧਰ ਗੁਰੂ ਕੀਆਂ ਫੌਜਾਂ ਸੂਰਬੀਰ ਯੋਧੇ ਵੱਡਾ ਯੁੱਧ ਕਰਨਾ ਚਾਹੁੰਦੇ, ਅੱਗੇ ਹੋ ਕੇ ਨਾ ਘਮੰਡੀ ਹੰਕਾਰੀ ਤੁਰਕਾਂ ਨੂੰ ਪਹਾੜੀਆਂ ਨੂੰ ਮਾਰਨਾ ਚਾਹੁੰਦੇ ਆ, ਪਰ ਹਜੇ ਗੁਰੂ ਕਾ ਹੁਕਮ ਉਡੀਕਦੇ ਆ। ਕਿਵੇਂ ਗੁਰੂ ਸਾਹਿਬ ਹੁਕਮ ਦਿੰਦੇ ਆ ਤੇ ਕਿਵੇਂ ਇਹਨਾਂ ਦਾ ਖਾਤਮਾ ਕਰਦੇ ਆ, ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬਹੁਤ ਬਹੁਤ ਧੰਨਵਾਦ। ਆਉਣ ਵਾਲਾ ਸਮਾਂ ਕਥਾ ਦਾ ਜਿਹੜਾ ਉਹ ਬਦਲਿਆ ਜਾਵੇਗਾ। ਜਿੱਥੇ ਹੁਣ ਆਪਾਂ 5 ਵਜੇ ਸ਼ੁਰੂ ਕਰਦੇ ਹਾਂ, 5 ਵਜੇ ਤੋਂ ਲੈ ਕੇ ਗੁਰੂ ਪਿਆਰੋ 6 ਵਜੇ ਤੱਕ ਹੁੰਦਾ ਹੈ। ਅਗਲੇ ਕਥਾ ਜਿਹੜੀ ਆ ਉਹ 4:45 ਸ਼ੁਰੂ ਹੋਇਆ ਕਰੇਗੀ, ਤੋਂ ਆਪ ਜੀ ਨੇ 4:45 ਤੋਂ ਪਹਿਲਾਂ ਕਥਾ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਆ ਕਰਨੀ ਹੈ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्व मैं पंचन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे हो बनहार। हे संत कै सदा संग आधार। हे ठाकुर हों दासरो निर्गुण गुण नहीं कोई। नानक दीजै नाम दान परोए। आए प्रभ शरणागति नित दयाल। एक अखर हर मन बसत होत निहाल। एक ओंकार सतगुरु प्रसाद सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਗੁਰੂ